ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦਿ ਸਚ ਜੁਗਾਦਿ ਸਚ, ਹੈ ਵੀ ਸਚ। ਨਾਨਕ ਹੋਸੀ ਵੀ ਸਚ। ਡੰਡਾਉਤ ਬੰਧਨ ਅਨਕ ਬਾਰ, ਸਰਬ ਕਲਾ ਸਮਰੱਥ। ਡੋਲਣ ਤੇ ਰਾਖੋ ਪ੍ਰਭੂ, ਨਾਨਕ ਦੇ ਕਰ ਹੱਥ। ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਣਾਈ। ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਇ। ਬੇਸ਼ੁਮਾਰ ਅਥਾਹ ਅਗਣਤ ਅਤੁਲ, ਜੋ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਬੇਸ਼ੁਮਾਰ ਅਥਾਹ ਅਗਣਤ ਅਤੁਲ, ਜੋ ਬੁਲਾਵਹੁ ਤਿਉ ਨਾਨਕ ਦਾਸ ਬੁਲੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚ ਪਰਵਾਣ ਪੰਚ ਪ੍ਰਦਾਨ, ਪੰਚੇ ਪਾਵਹਿ ਦਰਗਹਿ ਮਾਨ। ਪੰਚ ਪਰਵਾਣ ਪੰਚ ਪ੍ਰਦਾਨ, ਪੰਚੇ ਪਾਵਹਿ ਦਰਗਹਿ ਮਾਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ, ਸਤਿਗੁਰੂ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹਨ। ਸਜੇ ਹੋਏ ਦੀਵਾਨ ਦੇ ਵਿੱਚ ਰੋਜ਼ਾਨਾ ਦੀ ਤਰ੍ਹਾਂ ਪੰਜ ਬਾਣੀਆਂ ਦੇ ਨਿਤਨੇਮ, ਸੁਖਮਨੀ ਸਾਹਿਬ ਜੀ ਦੇ ਪਾਠ, ਆਸਾ ਜੀ ਦੀ ਵਾਰ ਦਾ ਕੀਰਤਨ ਹੋਇਆ। ਵਡਭਾਗੀ ਜਨਾਂ ਨੇ ਇਸ ਸੁਭਾਗੇ ਸਮੇਂ ਦਾ ਲਾਹਾ ਪ੍ਰਾਪਤ ਕੀਤਾ ਹੈ। ਆਓ ਹੁਣ ਕੁਝ ਸਮੇਂ ਵਾਸਤੇ ਜੋ ਇਸ ਵਿਦਿਆਲੇ ਦੇ ਅੰਦਰ ਸਤਿਗੁਰੂ ਸਾਹਿਬ ਜੀ ਦੀ ਰਹਿਮਤ ਦਾ ਸਦਕਾ ਲੜੀਵਾਰ ਪਾਵਨ ਗੁਰਬਾਣੀ ਸ਼੍ਰੀ ਜਪਜੀ ਸਾਹਿਬ ਜੀ ਦੀ ਕਥਾ ਵਿਚਾਰ ਚੱਲ ਰਹੀ ਹੈ, ਉਸ ਦਾ ਸਮਾਂ ਹੋਇਆ। ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਹੋਰ ਵੀ ਲਾਹਾ ਪ੍ਰਾਪਤ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੰਚ ਪਰਵਾਣ ਪੰਚ ਪ੍ਰਦਾਨ। ਸਿੱਧ ਲੋਕਾਂ ਨੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ, ਜਿਸ ਤਰ੍ਹਾਂ ਆਪ ਜੀ ਨੇ 4 ਪੌੜੀਆਂ ਦੁਆਰਾ ਸੁਣਨ ਦਾ ਮਹਾਤਮ ਸਾਰੇ ਲੋਕਾਂ ਨੂੰ ਸੱਚੇ ਪਾਤਸ਼ਾਹ ਜੀ ਆਪ ਜੀ ਨੇ ਦੱਸਿਆ। ਸੁਣਨ ਤੋਂ ਬਾਅਦ 4 ਪੌੜੀਆਂ ਮੰਨਣ ਦੇ ਪ੍ਰਥਾਏ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕਰਨੀਆਂ। ਸੁਣਨਾ ਵੀ ਜ਼ਰੂਰ ਆ, ਸੁਣ ਕਰਕੇ ਪਰਮੇਸ਼ਰ ਦੇ ਨਾਮ ਨੂੰ ਮੰਨਣਾ ਵੀ ਜ਼ਰੂਰ ਆ। ਅਤੇ ਇਹ ਪੌੜੀ ਧੰਨ ਸਤਿਗੁਰੂ
ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨਿਧਿਆਸਣ ਦੇ ਸੰਬੰਧ ਵਿੱਚ ਉਚਾਰਨ ਕਹਿੰਦੇ ਆ। ਨਿਧਿਆਸਣ ਦਾ ਅਰਥ ਹੈ ਕਮਾਉਣਾ ਕਿਵੇਂ ਆ, ਇਹਦੀ ਆਰਾਧਨਾ ਕਰਨੀ ਆ। ਜਿੱਥੇ ਸੁਣਨਾ ਹੈ ਉੱਥੇ ਮੰਨਣਾ ਵੀ ਆ। ਨਿਧਿਆਸਣ ਇਹਦੀ ਕਮਾਈ ਵੀ ਕਰਨੀ ਆ, ਇਹਨੂੰ ਆਰਾਧਨਾ ਵੀ ਆ। ਅਤੇ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਨਿਧਿਆਸਣ ਕੀਤਾ, ਕਮਾਈ ਕੀਤੀ, ਪਰਮੇਸ਼ਰ ਨੂੰ ਆਰਾਧਿਆ, ਉਹਨਾਂ ਦੇ ਪ੍ਰਥਾਏ ਕਥਨ ਕਰਦੇ ਆ ਕਿ ਪੰਜ ਪਰਵਾਨ, ਪੰਜ ਨਾਮ ਆ ਮੁਖੀ ਦਾ, ਸ੍ਰੇਸ਼ਟ ਦਾ, ਸੰਤ ਦਾ, ਭਗਤ ਦਾ, ਗੁਰਮੁਖ ਦਾ। ਭਾਵੇਂ ਗੁਰਮੁਖੋ ਆਪਾਂ ਸੰਤ ਕਹਿ ਦਈਏ ਅਤੇ ਭਾਵੇਂ ਆਪਾਂ ਸਿੱਖ ਗੁਰਮੁਖ ਪਿਆਰਾ ਕਹਿ ਦਈਏ, ਇੱਕੋ ਗੱਲ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਜਿਹੜਾ ਹਰ ਇੱਕ ਸਵਾਸ ਦੇ ਨਾਲ ਪਰਮੇਸ਼ਰ ਨੂੰ ਆਰਾਧਦਾ, ਉਹ ਗੁਰਸਿੱਖ ਗੁਰੂ ਨੂੰ ਚੰਗਾ ਲੱਗਦਾ। ਅਤੇ ਸੰਤਾਂ ਦੇ ਪ੍ਰਥਾਏ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ, ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਨਾਨਕਾ ਪੂਰਨ ਸੋਈ ਸੰਤ। ਸੰਤ ਕਹਿ ਦਿਓ, ਗੁਰਮੁਖ ਕਹਿ ਦਿਓ, ਸਿੱਖ ਕਹਿ ਦਿਓ। ਇੱਕ ਵਾਰ ਸੱਚਖੰਡ ਵਾਸੀ ਸੰਤ ਗਿਆਨੀ ਕਰਤਾਰ ਸਿੰਘ ਮਹਾਂਪੁਰਖਾਂ ਨੇ ਬਚਨ ਕੀਤਾ ਕਿ ਸੱਚੇ ਪਾਤਸ਼ਾਹ ਮੈਨੂੰ ਗੁਰਸਿੱਖ ਬਣਾ ਦਿਓ। ਇੱਕ ਕੋਲੇ ਜਥੇ ਦਾ ਵਿਦਿਆਰਥੀ ਸਿੰਘ ਸੀ, ਜਿਹਦਾ ਨਾਂ ਹੈ ਸੁੱਚਾ ਸਿੰਘ ਭਗਤ ਕਹਿੰਦੇ ਉਹਨੂੰ। ਉਹਨੇ ਕਿਹਾ, ਮਹਾਂਪੁਰਖੋ ਤੁਸੀਂ ਕਹਿੰਦੇ ਮੈਨੂੰ ਸਿੱਖੀ ਦੀ ਦਾਤ ਬਖਸ਼ੋ, ਮਹਾਂਪੁਰਖੋ ਤੁਸੀਂ ਤਾਂ ਸੰਤ ਆ। ਉਹਨੇ ਆਖਿਆ, ਓਏ ਸਿੱਖ ਭਾਈ ਤਾਰੂ ਸਿੰਘ ਸਿੱਖ, ਭਾਈ ਮਨੀ ਸਿੰਘ ਸਿੱਖ, ਭਾਈ ਬਿਧੀ ਚੰਦ ਸਿੱਖ, ਸਿੱਖ ਕੋਈ ਮਾੜਾ ਨਹੀਂ ਹੁੰਦਾ। ਇੱਕ ਬੰਦੇ ਦਾ ਤਖੱਲਸ ਬਣ ਜਾਂਦਾ ਕਿ ਫਲਾਨਾ ਸੰਤ ਜਾਂ ਭਾਈ ਸਾਹਿਬ, ਇਹ ਸਾਰੇ ਸ਼ਬਦ ਸਤਿਕਾਰਯੋਗ ਨੇ। ਸੰਤ ਕਹਿਣਾ ਕਿਸੇ ਨੂੰ ਕੋਈ ਗੁਨਾਹ ਨਹੀਂ, ਪਰ ਹੋਵੇ ਸੰਤ। ਗੁਰਮੁਖ ਕਹਿਣਾ ਕਿਸੇ ਨੂੰ ਕੋਈ ਗੁਨਾਹ ਨਹੀਂ, ਪਰ ਹੋਵੇ ਗੁਰਮੁਖ। ਭਾਈ ਸਾਹਿਬ ਕਿਸੇ ਨੂੰ ਕਹਿਣਾ ਜਾਂ ਅਖਵਾਉਣਾ ਕੋਈ ਗੁਨਾਹ ਨਹੀਂ, ਪਰ ਹੋਵੇ ਉਹ ਭਾਈ ਸਾਹਿਬ। ਇੱਕ ਵਾਰ ਜਥੇ ਦੇ ਸਿੰਘ ਨੇ ਬਾਬਾ ਸਰਬਜੋਤ ਸਿੰਘ ਬੇਦੀ ਨੂੰ ਭਾਈ ਸਾਹਿਬ ਕਹਿ ਦਿੱਤਾ, ਅਤੇ ਕੋਲੇ ਇੱਕ ਸੰਤ ਸੀ, ਉਹ ਕਹਿਣ ਲੱਗਾ, ਤੁਸੀਂ ਜਥੇ ਵਿੱਚ ਰਹਿ ਕੇ ਬੋਲਣ ਦੀ ਅਕਲ ਨਹੀਂ ਸਿੱਖੀ ਕਿ ਆਪ ਤੋਂ ਵੱਡੇ ਨੂੰ ਕਿਵੇਂ ਬੁਲਾਈਦਾ ਹੁੰਦਾ ਹੈ। ਉਹ ਸਿੰਘ ਨੇ ਹੈਰਾਨ ਹੋ ਕਰਕੇ ਉਸ ਸਿੰਘ ਨੂੰ ਪੁੱਛਿਆ ਵੀ ਮੈਂ ਤਾਂ ਕੋਈ ਇਹੋ ਜਿਹੀ ਗੱਲ ਨਹੀਂ ਕੀਤੀ। ਬੜੇ ਸਤਿਕਾਰ ਦੇ ਨਾਲ ਭਾਈ ਸਾਹਿਬ ਕਹਿ ਕੇ ਇਹਨਾਂ ਨੂੰ ਆਵਾਜ਼ ਮਾਰੀ ਆ। ਕਹਿੰਦਾ ਨਹੀਂ, ਇਹ ਸੰਤ ਆ। ਪਰ ਉਹ ਕਹਿਣ ਲੱਗਾ, ਮੰਨਦੇ ਤੁਹਾਡੀ ਗੱਲ ਠੀਕ ਆ। ਫਿਰ ਉਹਨੇ ਸਿੰਘ ਨੇ ਜਵਾਬ ਦਿੱਤਾ ਕਿ ਭਾਈ ਨਾ ਮੈਂ ਭਾਈ ਦਾ ਭਰਾ ਦਾ, ਭਾਈ ਨਾ ਮੈਂ ਭਰਾ ਦਾ, ਸਾਹਿਬ ਨਾ ਮੈਂ ਪਰਮੇਸ਼ਰ ਦਾ। ਮੈਂ ਆਪਣੀ ਸੋਚ ਬਿਰਤੀ ਦੇ ਅਨੁਸਾਰ ਇਹਨੂੰ ਰੱਬ ਦਾ ਭਰਾ ਤੇ ਬਣਾ ਦਿੱਤਾ, ਅਤੇ ਰੱਬ ਦਾ ਭਰਾ ਕੋਈ ਆਮ ਬੰਦਾ ਥੋੜ੍ਹਾ ਹੁੰਦਾ ਹੈ। ਉਸ ਫਿਰ ਸੰਤ ਨੂੰ ਅੱਗੋਂ ਕੋਈ ਜਵਾਬ ਨਹੀਂ ਆਇਆ। ਗੁਰਮੁਖੋ ਕਿਸੇ ਨੂੰ ਪ੍ਰੇਮ ਦੇ ਨਾਲ ਭਾਈ ਸਾਹਿਬ ਕਹਿ ਦੇਣਾ, ਗੁਰਮੁਖ ਪਿਆਰਾ ਕਹਿ ਦੇਣਾ, ਸੰਤ ਕਹਿ ਦੇਣਾ, ਇਹ ਤਾਂ ਆਪੋ ਆਪਣੀ ਸੋਚ ਅਤੇ ਭਾਵਨਾ ਹੁੰਦੀ ਹੈ। ਸੱਚੇ ਪਾਤਸ਼ਾਹ ਇੱਥੇ ਸਿੱਧ ਲੋਕਾਂ ਨੂੰ
ਜਵਾਬ ਦਿੰਦੇ ਆ, ਸਮਝਾਉਂਦੇ ਆ ਕਿ ਪੰਜ ਪ੍ਰਵਾਨ ਜਿਹੜਾ ਸ੍ਰੇਸ਼ਟ ਸਾਧੂ ਮਹਾਤਮਾ ਹੁੰਦਾ ਉਹ ਪ੍ਰਮਾਣਿਕ ਹੁੰਦਾ ਹੈ। ਭੇਖੀ ਨਾ ਹੋਵੇ, ਪਦਾਰਥਵਾਦੀ ਨਾ ਹੋਵੇ, ਸਵਾਰਥਵਾਦੀ ਨਾ ਹੋਵੇ। ਆਮ ਤੌਰ 'ਤੇ ਜਦੋਂ ਤੋਂ ਦੁਨੀਆ ਹੋਂਦ ਵਿੱਚ ਆਈ ਸ੍ਰਿਸ਼ਟੀ ਅਕਾਲ ਪੁਰਖ ਵਾਹਿਗੁਰੂ ਨੇ ਬਣਾਈ ਆ, ਭੇਖੀਆਂ ਦੀ ਭਰਮਾਰ ਜ਼ਿਆਦਾ ਹੁੰਦੀ ਆ, ਪਰਮੇਸ਼ਰ ਦੇ ਪਿਆਰਿਆਂ ਦੀ ਗਿਣਤੀ ਬਹੁਤ ਥੋੜ੍ਹੀ ਹੁੰਦੀ ਆ। ਉਹਨਾਂ ਭੇਖੀਆਂ ਦੇ ਪਰਥਾਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਗੱਜ ਸਾਢੇ ਤੈ ਤੈ ਧੋਤੀਆਂ ਤੇਹਰੇ ਪਾਏ ਨੇ ਤੱਗ, ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ। ਓਏ ਹਰ ਕੇ ਸੰਤ ਨ ਆਖੀਏ ਬਾਨਾਰਸ ਕੇ ਠੱਗ, ਐਸੇ ਸੰਤ ਨ ਮੋਕੋ ਭਾਵੈ ਡਾਲਾ ਸੋ ਪੇਡਾ ਗੜਕਾਵੈ। ਲਿਬਾਸ ਦਾ ਨਾਮ ਸਾਧੋਨੀ ਗਲੀ ਜਿਨ੍ਹਾਂ ਜਪ ਮਾਲੀਆਂ ਲੋਟੇ ਹੱਥ ਨੇ ਬੱਗ। ਮਾਲਾ ਗਲ ਦੇ ਵਿੱਚ ਪਾ ਲੈਣੀ, ਹੱਥ ਵਿੱਚ ਚਿੱਪੀ ਤੂੰਬਾ ਕਰਮੰਡਲ ਫੜ ਲੈਣਾ, ਇਹ ਸਾਧੂ ਦੇ ਲੱਛਣ ਨਹੀਂ, ਇਹ ਨਿਸ਼ਾਨੀਆਂ ਨਹੀਂ। ਗੱਜ ਸਾਢੇ ਤੈ ਤੈ ਧੋਤੀਆਂ, ਧੋਤੀਆਂ ਬੰਨ੍ਹ ਲੈਣੀਆਂ, ਤੇਰੇ ਆਪਣੇ ਗਲ ਦੇ ਵਿੱਚ ਜਨੇਊ ਪਾ ਲੈਣੇ। ਗੁਰਮੁਖੋ ਇਹਦਾ ਨਾਮ ਸਾਧੂ ਨਹੀਂ। ਇਹਨਾਂ ਨੂੰ ਕੀ ਕਹਿੰਦੇ ਪੁਰਾਤਨ ਸਮੇਂ ਦੇ ਵਿੱਚ ਬਾਨਾਰਸ ਕੇ ਠੱਗ। ਇਹ ਸਾਧੂ ਨਹੀਂ, ਇਹ ਤੇ ਬਨਾਰਸ ਦੇ ਰਹਿਣ ਵਾਲੇ ਠੱਗ ਆ। ਐਸੇ ਸੰਤ ਨ ਮੋਕੋ ਭਾਵੈ, ਅਕਾਲ ਪੁਰਖ ਦੀ ਦਰਗਾਹ ਵਿੱਚ ਗੁਰਮੁਖੋ ਇਹੋ ਜਿਹੇ ਬੰਦਿਆਂ ਨੂੰ ਕਦੇ ਵੀ ਥਾਂ ਨਹੀਂ। ਭੇਖੀ ਪ੍ਰਭੂ ਨਾ ਲੱਭਈ, ਭੇਖ ਦੇ ਨਾਲ ਗੁਰਮੁਖੋ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ। ਸੰਤ ਦਾ ਅਰਥ ਕੀ ਹੁੰਦਾ? ਜਿਹਦੇ ਹਿਰਦੇ ਵਿੱਚ ਸ਼ਾਂਤੀ ਆ, ਕਿਸੇ ਕਿਸਮ ਦੀ ਲਾਲਸਾ, ਕੋਈ ਤ੍ਰਿਸ਼ਨਾ ਨਹੀਂ, ਜਿਹਦੇ ਮਨ ਵਿੱਚ ਸ਼ਾਂਤੀ ਆ, ਕੋਈ ਭਟਕਣਾ ਨਹੀਂ। ਕਿਸੇ ਨੇ ਕੋਈ ਉੱਚੀ ਨੀਵੀਂ ਗੱਲ ਕਹਿ ਦਿੱਤੀ ਤੇ ਕੋਈ ਗੁੱਸਾ ਨਹੀਂ, ਕਿਸੇ ਨੇ ਵਡਿਆਈ ਕਰ ਦਿੱਤੀ ਆ ਤੇ ਉਹਦੇ ਨਾਲ ਗੁਰਮੁਖੋ ਪ੍ਰੇਮ ਵੀ ਨਹੀਂ। ਤੇ ਉਹਨੂੰ ਕਹਿੰਦੇ ਪੰਚ। ਜਿਹੜਾ ਇਸ ਧਰਤੀ 'ਤੇ ਪੰਚ ਸ੍ਰੇਸ਼ਟ ਮੁਖੀ ਗੁਰਮੁਖ ਪਿਆਰਾ ਹੁੰਦਾ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਮਾਣਿਕ ਹੁੰਦਾ। ਇਸ ਧਰਤੀ 'ਤੇ ਵੀ ਪ੍ਰਮਾਣਿਕ ਹੁੰਦਾ, ਪਰ ਗੁਰਮੁਖੋ ਸੰਤਾਂ ਮਹਾਂਪੁਰਖਾਂ ਗੁਰਮੁਖਾਂ ਦੀ ਗਿਣਤੀ ਕਿੰਨੀ ਕੁ ਹੁੰਦੀ ਆ। ਸੰਤ ਕਾ ਮਾਰਗ ਧਰਮ ਕੀ ਪੌੜੀ, ਕੋ ਵਡ ਭਾਗੀ ਪਾਏ। ਇਹ ਗੁਰਮੁਖੋ ਕੋਟ ਮੱਧੇ ਕੋ ਵਿਰਲਾ ਸੇਵਕ, ਇਹ ਕਰੋੜਾਂ ਦੇ ਵਿੱਚੋਂ ਕੋਈ ਇੱਕ ਸੰਤ ਹੁੰਦਾ ਹੈ। ਪਰ ਜਿਹੜਾ ਸੰਤ ਹੁੰਦਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਮੁਸ਼ਕਲਾਂ ਮੁਸੀਬਤਾਂ ਬਹੁਤ ਆਉਂਦੀਆਂ, ਪਰ ਉਹ ਰੱਬ ਨੂੰ ਤਾਨਾ ਨਹੀਂ ਦਿੰਦਾ, ਰੱਬ ਨੂੰ ਲਾਮਾ ਨਹੀਂ ਦਿੰਦਾ ਕਿ ਮੈਂ ਤੇਰੀ ਬੰਦਗੀ ਕਰਦਾ ਤੇ ਮੈਨੂੰ ਇੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਿਉਂ ਕਰਨਾ ਪਿਆ। ਆਮ ਤੇ ਨਾਸਤਕ ਬਿਰਤੀ ਵਾਲੇ ਲੋਕ ਕਹਿ ਦਿੰਦੇ ਆ, ਜੇਕਰ ਬਾਣੀ ਪੜ੍ਹ ਕਰਕੇ ਬੁਖਾਰ ਚੜ੍ਹਨਾ, ਕੋਈ ਰੋਗ ਲੱਗਣਾ, ਤੇ ਫਿਰ ਬਾਣੀ ਪੜ੍ਹਨ ਦਾ ਫਾਇਦਾ ਕੀ ਹੋਇਆ। ਗੁਰਮੁਖੋ ਗੁਰੂ ਆਪਣੇ ਸਿੱਖ ਦੀ ਪਰਖ ਕਰਦਾ, ਗੁਰੂ ਆਪਣੇ ਸਿੱਖ ਦਾ ਭਲਾ ਕਰਦਾ, ਉਹਦੀ ਪਰਖ ਕਰਦਾ, ਪਰ ਗੁਰੂ ਦੀ ਕਸਵੱਟੀ ਤੇ ਪਰਖ ਤੇ ਗੁਰਮੁਖੋ ਕੋਈ ਵਿਰਲਾ ਆਉਂਦਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਗੁਰਬਾਣੀ ਦੇ ਬਚਨ ਹਨ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੈ ਨਾ ਕੋਈ, ਰਾਮ ਕਸੌਟੀ ਸੂ ਸਹਿ ਜੋ ਮਰ ਜੀਵਾ ਹੋਏ। ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ, ਉਹ ਮੁਰਦੇ ਵਰਗਾ ਹੋਵੇ। ਮਰੀਦ ਜਿਹੜਾ ਅਕਾਲ ਪੁਰਖ ਵਾਹਿਗੁਰੂ ਦਾ, ਪਰਮੇਸ਼ਰ ਦਾ ਸਿੱਖ, ਗੁਰੂ ਦਾ ਸਿੱਖ, ਉਹ ਮੁਰਦੇ ਵਰਗਾ ਹੋਵੇ। ਜਿਸ ਤਰ੍ਹਾਂ ਮੁਰਦੇ ਦੇ ਤਨ 'ਤੇ ਕੋਈ ਹਰਕਤ ਨਹੀਂ ਹੁੰਦੀ, ਇਸੇ ਤਰ੍ਹਾਂ ਉਹ ਗੁਰੂ ਦਾ ਬਚਨ ਵੀ ਸਤ ਬਚਨ ਕਹਿ ਕੇ ਮੰਨਦਾ। ਗੁਰਮੁਖੋ ਜਦੋਂ ਪਰਖ ਕੀਤੀ ਸੀ ਨਾ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ
ਪਰ ਪਰਖ ਦੇ ਵਿੱਚ ਧੰਨ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਆਏ ਸਨ। ਉਹ ਪੂਰੇ ਪਰਖ ਦੇ ਵਿੱਚ ਪੂਰੀ ਕਸਵੱਟੀ 'ਤੇ ਆਏ। ਸਾਡੇ ਵਰਗੇ ਜਿਹੜੇ ਪਦਾਰਥਾਂ ਦੇ ਸ਼ੌਕੀਨ ਸਨ, ਜਦੋਂ ਪਦਾਰਥ ਬੰਦ ਹੋ ਗਏ ਤੇ ਗੁਰਮੁਖੋ ਆਪੋ ਆਪਣੇ ਘਰਾਂ ਨੂੰ ਤੁਰ ਗਏ। ਇਸੇ ਤਰ੍ਹਾਂ ਪਰਖ ਦੇ ਉੱਪਰ ਪੂਰੇ ਆਏ ਸਨ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ। ਜਦੋਂ ਤੀਜੇ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਰਖ ਕੀਤੀ, ਉਹ ਪਰਖ ਦੇ ਵਿੱਚ ਪੂਰੇ ਆਏ। ਤੇ ਜਦੋਂ ਪੂਰੇ ਆਏ ਨਾ ਤੇ ਸੱਚੇ ਪਾਤਸ਼ਾਹ ਨੂੰ ਗੁਰਤਾ ਗੱਦੀ ਦੇ ਤਖਤ ਦੀ ਪ੍ਰਾਪਤੀ ਹੋਈ। ਜਿਨ੍ਹਾਂ ਦੇ ਪ੍ਰਥਾਏ ਪਾਵਨ ਗੁਰਬਾਣੀ ਦੇ ਬਚਨ ਹਨ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਉਹ ਧੰਨਤਾ ਦੇ ਯੋਗ ਬਣ ਗਏ ਧੰਨ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ, ਜਿਹੜੇ ਗੁਰੂ ਦੀ ਪਰਖ ਵਿੱਚ ਪੂਰੇ ਨਿਕਲੇ, ਕਸਵੱਟੀ ਦੇ ਵਿੱਚ ਪੂਰੇ ਨਿਕਲੇ। ਗੁਰਮੁਖੋ ਰੰਗ ਪਿੱਤਲ ਦਾ ਤੇ ਸੋਨੇ ਦਾ ਇੱਕੋ ਜਿਹਾ ਹੁੰਦਾ ਹੈ। ਰੰਗ ਵੇਖ ਕਰਕੇ ਦੁਨੀਆ ਦੇ ਲੋਕ ਭੁਲੇਖੇ ਵਿੱਚ ਆ ਸਕਦੇ ਆ, ਪਰ ਜਦੋਂ ਸੁਨਿਆਰਾ ਕਸਵੱਟੀ ਤੇ ਸੋਨਾ ਤੇ ਪਿੱਤਲ ਪਰਖਦਾ ਨਾ, ਗੁਰਮੁਖੋ ਵੱਖਰਾ ਵੱਖਰਾ ਕਰ ਦਿੰਦਾ। ਇਹ ਪਿੱਤਲ ਆ, ਇਹ ਭਾਈ ਸੋਨਾ। ਇਸੇ ਤਰ੍ਹਾਂ ਗੁਰੂ ਰੂਪ ਸੁਨਿਆਰਾ ਜਦੋਂ ਕਸਵੱਟੀ 'ਤੇ ਲਾਉਂਦਾ, ਉਹ ਪਤਾ ਲੱਗ ਜਾਂਦਾ ਵੀ ਇਹ ਕੱਚੇ ਆ ਕਿ ਪੱਕੇ ਆ। ਗੁਰਮੁਖੋ ਜਿਸ ਤਰ੍ਹਾਂ ਬਾਜ਼ਾਰ ਵਿੱਚ ਪੱਕੀਆਂ ਚੀਜ਼ਾਂ ਦੀ ਮਾਨਤਾ, ਪੱਕੀਆਂ ਚੀਜ਼ਾਂ ਵਿਕਦੀਆਂ, ਇਸੇ ਤਰ੍ਹਾਂ ਗੁਰੂ ਦੇ ਦਰ 'ਤੇ ਵੀ ਗੁਰਮੁਖੋ ਪੱਕੇ ਸਿੱਖ ਦੀ ਪਛਾਣ, ਪੱਕੇ ਜਿਹੜੇ ਸਿੱਖ ਹੁੰਦੇ ਆ ਉਹਨਾਂ ਨੂੰ ਥਾਂ ਮਿਲਦੀ ਆ, ਉਹਨਾਂ ਦੀ ਵਡਿਆਈ ਹੁੰਦੀ ਆ। ਇਸ ਕਰਕੇ ਸਿੱਧ ਲੋਕਾਂ ਨੂੰ ਸੱਚੇ ਪਾਤਸ਼ਾਹ ਸਮਝਾਉਂਦੇ ਆ ਕਿ ਪੰਜ ਪ੍ਰਵਾਨ ਜਿਹੜੇ ਉਹ ਪੰਚਮੁਖੀ ਸਾਧੂ ਮਹਾਤਮਾ ਸ੍ਰੇਸ਼ਟ ਗੁਰੂ ਪਿਆਰੇ ਹੁੰਦੇ ਆ, ਉਹ ਗੁਰੂ ਦੇ ਦਰ 'ਤੇ ਪਰਮੇਸ਼ਰ ਦੀ ਦਰਗਾਹ ਵਿੱਚ ਉਹ ਇਸ ਲੋਕ ਵਿੱਚ ਵੀ ਪ੍ਰਮਾਣਿਕ ਤੇ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਗੁਰਮੁਖੋ ਪ੍ਰਮਾਣਿਕ ਹੁੰਦੇ ਆ। ਜਦੋਂ ਸਮੇਂ ਦੇ ਲੋਕਾਂ ਨੇ ਬਾਦਸ਼ਾਹ ਦੇ ਦਰਬਾਰ ਵਿੱਚ ਭਗਤ ਕਬੀਰ ਸਾਹਿਬ ਦੀ ਸ਼ਿਕਾਇਤ ਲਾਈ ਨਾ, ਇਹ ਸਜ਼ਾ ਭਗਤ ਕਬੀਰ ਸਾਹਿਬ ਨੂੰ ਵੀ ਮਿਲੀ ਸੀ। ਜੰਜੀਰਾਂ ਦੇ ਨਾਲ ਬੰਨ੍ਹਿਆ, ਪਰ ਰੱਬ ਨੂੰ ਲਾਮਾ ਨਹੀਂ, ਰੱਬ ਨੂੰ ਕੋਈ ਤਾਨਾ ਨਹੀਂ। ਇੱਥੋਂ ਤੱਕ ਉਹਨਾਂ ਭੇਖੀ ਲੋਕਾਂ ਦੇ ਮੰਗਰ ਲੱਗ ਕਰਕੇ ਗੰਗਾ ਨਦੀ ਵਿੱਚ ਵੀ ਭਗਤ ਕਬੀਰ ਸਾਹਿਬ ਨੂੰ ਸੁੱਟ ਦਿੱਤਾ ਗਿਆ, ਪਰ ਲਾਮਾ ਨਹੀਂ ਕਿ ਮੈਂ ਤੇਰੀ ਬੰਦਗੀ ਕਰਦਾ, ਨਾਮ ਜਪਦਾ, ਤੇ ਮੈਨੂੰ ਇਹ ਸਜ਼ਾ ਕਿਉਂ, ਜੰਜੀਰਾਂ ਦੇ ਨਾਲ ਕਿਉਂ ਬੰਨ੍ਹਿਆ, ਮੈਨੂੰ ਗੰਗਾ ਦੇ ਪ੍ਰਵਾਹ ਵਿੱਚ ਕਿਉਂ ਸੁੱਟਿਆ, ਮੇਰਾ ਕੀ ਕਸੂਰ ਆ। ਪਰ ਨਹੀਂ ਗੁਰਮੁਖੋ, ਪਰਮੇਸ਼ਰ ਦਾ ਸ਼ੁਕਰ ਕੀਤਾ, ਪਰਮੇਸ਼ਰ ਦੇ ਗੁਣ ਗਾਏ। ਉਸ ਹਾਲਾਤ ਨੂੰ ਜਿਹੜੀ ਸਜ਼ਾ ਕਬੀਰ ਸਾਹਿਬ ਨੂੰ ਦਿੱਤੀ ਗਈ, ਉਸ ਸਜ਼ਾ ਨੂੰ ਭਗਤ ਕਬੀਰ ਸਾਹਿਬ ਜੀ ਨੇ ਆਪਣੀ ਰਸਨਾ ਦੁਆਰਾ ਦੁਨੀਆ ਦੇ ਲੋਕਾਂ ਨੂੰ ਸੁਣਾ ਕਰਕੇ ਸਿੱਧ ਕੀਤਾ, ਦੱਸਿਆ ਕਿ ਮੈਨੂੰ ਵੀ ਸਜ਼ਾ ਮਿਲੀ ਸੀ, ਪਰ ਉਹ ਸਜ਼ਾ ਰੱਬ ਨੂੰ ਲਾਮਾ ਦੇਣ ਵਾਸਤੇ ਨਹੀਂ, ਰੱਬ ਨੂੰ ਗਾਲਾਂ ਦੇਣ ਵਾਸਤੇ ਨਹੀਂ, ਰੱਬ ਨੂੰ ਮੰਦਾ ਚੰਗਾ ਬੋਲਣ ਵਾਸਤੇ ਨਹੀਂ। ਸੱਚੇ ਪਾਤਸ਼ਾਹ ਜਦੋਂ ਕਬੀਰ ਸਾਹਿਬ ਨੂੰ ਗੰਗਾ ਦੀਆਂ ਲਹਿਰਾਂ ਵਿੱਚ ਸੁੱਟਿਆ, ਉਹ ਗੰਗਾ ਦੀਆਂ ਲਹਿਰਾਂ ਨੇ ਗੁਰਮੁਖੋ ਭਗਤ ਕਬੀਰ ਸਾਹਿਬ ਨੂੰ ਡੋਬਿਆ ਨਹੀਂ, ਉਹ ਗੰਗਾ ਦੀਆਂ ਲਹਿਰਾਂ ਨੇ ਸਗੋਂ ਜੰਜੀਰਾਂ ਕਬੀਰ ਸਾਹਿਬ ਦੀਆਂ ਤੋੜ ਦਿੱਤੀਆਂ। ਤੇ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਅੰਦਰ ਉਹ ਹਾਲਾਤ ਪੰਚਮ ਪਾਤਸ਼ਾਹ ਜੀ ਨੇ ਦਰਜ ਕੀਤਾ, ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ, ਮਿਰਗਸ਼ਾਲਾ ਪਰ ਬੈਠੇ ਕਬੀਰ। ਉਹ ਜੰਜੀਰਾਂ ਵੀ ਟੁੱਟ ਗਈਆਂ, ਪਰ ਗੰਗਾ ਦੇ ਤੇਜ਼ ਪ੍ਰਵਾਹ ਨੇ ਭਗਤ ਕਬੀਰ ਸਾਹਿਬ ਜੀ ਨੂੰ ਪਾਣੀ ਵਿੱਚ ਡੋਬਿਆ ਨਹੀਂ, ਸਗੋਂ ਇਸ ਤਰ੍ਹਾਂ ਬੈਠੇ ਆ ਜਿਸ ਤਰ੍ਹਾਂ ਕਿ ਸਾਧੂ ਮਹਾਤਮਾ ਮਿਰਗਸ਼ਾਲਾ ਦੇ ਉੱਪਰ ਆਸਣ ਲਾ ਕੇ ਬੈਠਦਾ, ਇਸ ਤਰ੍ਹਾਂ ਗੰਗਾ ਦੀ ਲਹਿਰ ਦੇ ਉੱਪਰ ਭਗਤ ਕਬੀਰ ਸਾਹਿਬ ਜੀ ਬੈਠੇ ਆ। ਜੇਕਰ ਉਹ ਮੁਖੀ ਸਨ ਗੁਰਮੁਖੋ, ਅੱਜ ਵੀ ਮੁਖੀ ਆ।
ਉਹ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਮੁਖੀ ਸਨ। ਉਹ ਰਹਿੰਦੀ ਦੁਨੀਆ ਤੱਕ ਗੁਰਮੁਖੋ ਮੁਖੀ ਰਹਿਣਗੇ। ਇੱਕ ਵਾਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਭਰੇ ਪੰਡਾਲ ਦੇ ਵਿੱਚ ਇੱਕ ਸਵਾਲ ਕੀਤਾ ਕਿ ਭਗਤ ਕਬੀਰ ਸਾਹਿਬ ਦੇ ਟਾਈਮ 'ਤੇ ਰਾਜਾ ਕੌਣ ਸੀ? ਕਿਸੇ ਨੇ ਕੋਈ ਜਵਾਬ ਨਹੀਂ ਦਿੱਤਾ। ਜਦੋਂ ਕੋਈ ਜਵਾਬ ਨਾ ਮਿਲਿਆ ਤੇ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤਾ, ਵੇਖੋ ਕਬੀਰ ਸਾਹਿਬ ਨੂੰ ਤੁਸੀਂ ਜਾਣਦੇ ਆ, ਜਿਸ ਰਾਜੇ ਦੇ ਕੋਲੇ ਅਣਗਿਣਤ ਫੌਜਾਂ ਸਨ, ਮਾਇਆ ਦੇ ਖਜ਼ਾਨੇ ਭਰੇ ਸਨ, ਜਿਸ ਰਾਜੇ ਦਾ ਉਸ ਟਾਈਮ 'ਤੇ ਹੁਕਮ ਚੱਲਦਾ ਸੀ, ਤੁਸੀਂ ਉਹਨੂੰ ਜਾਣਦੇ ਨਹੀਂ, ਪਰ ਕਬੀਰ ਸਾਹਿਬ ਨੂੰ ਜਾਣਦੇ। ਇਹਦਾ ਕੀ ਕਾਰਨ? ਸੱਚੇ ਪਾਤਸ਼ਾਹ ਨੇ ਸੰਗਤ ਨੂੰ ਸਮਝਾਇਆ, ਜਿਹੜੇ ਜਨਮ ਪਦਾਰਥ ਪਾ ਕਰਕੇ ਦੁਨੀਆ 'ਤੇ ਆ ਕਰਕੇ ਰੱਬ ਨੂੰ ਭੁੱਲ ਜਾਂਦੇ ਆ, ਜਦੋਂ ਸਰੀਰ ਛੱਡ ਕਰਕੇ ਪਰਲੋਕ ਨੂੰ ਜਾਂਦੇ ਆ, ਥੋੜ੍ਹੇ ਸਮੇਂ ਤੱਕ ਦੁਨੀਆ ਦੇ ਲੋਕ ਉਹਨਾਂ ਨੂੰ ਯਾਦ ਕਰਦੇ ਆ, ਪਰ ਸਮਾਂ ਪੈਣ ਤੋਂ ਦੁਨੀਆ ਦੇ ਲੋਕ ਉਹਨਾਂ ਨੂੰ ਭੁੱਲ ਜਾਂਦੇ ਆ। ਵੇਖੋ ਗਰੀਬੀ ਹਾਲਤ ਵਿੱਚ ਰਹਿਣ ਵਾਲਾ, ਤਾਣੀ ਬੁਣ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਨ ਵਾਲਾ ਭਗਤ ਕਬੀਰ ਸਾਹਿਬ, ਜੇਕਰ ਉਹਨਾਂ ਨੂੰ ਰੱਬ ਯਾਦ ਸੀ ਨਾ, ਤੇ ਅੱਜ ਦੁਨੀਆ ਦੇ ਲੋਕਾਂ ਨੂੰ ਭਗਤ ਕਬੀਰ ਸਾਹਿਬ ਯਾਦ ਆ। 9ਵੇਂ ਪਾਤਸ਼ਾਹ ਜੀ ਦੇ ਬਚਨ ਹਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਗੁਰਮੁਖੋ ਤਿੰਨ ਚੀਜ਼ਾਂ ਦੁਨੀਆ 'ਤੇ ਸਦੀਵ ਕਾਲ ਵਾਸਤੇ ਅਟਲ ਰਹਿੰਦੀਆਂ। ਇੱਕ ਤੇ ਸਾਧੂ ਰਹਿੰਦਾ, ਇੱਕ ਪਰਮੇਸ਼ਰ ਦਾ ਨਾਮ, ਤੇ ਇੱਕ ਪਰਮੇਸ਼ਰ ਜੁਗੋ ਜੁਗ ਟਾਲਿਆ। ਇਹ ਕਦੇ ਵਾਸਤੇ ਮਿਟਦੇ ਨਹੀਂ, ਆਉਂਦੇ ਨਹੀਂ, ਜਾਂਦੇ ਨਹੀਂ, ਸਦੀਵ ਕਾਲ ਗੁਰਮੁਖੋ ਇਹ ਟਲ ਰਹਿੰਦੇ ਆ। ਇਹਨਾਂ ਦਾ ਆਉਣ ਦਾ ਮਕਸਦ ਦੁਨੀਆ 'ਤੇ ਕਾਰਨ ਕੀ ਹੁੰਦਾ? ਜਨ ਪਰ ਉਪਕਾਰੀ ਆਏ, ਨਾਮ ਦੇ ਭਗਤੀ ਲਾਇਨ, ਹਰ ਸੋ ਲੈਣ ਮਿਲਾਏ। ਗੁਰਮੁਖੋ ਪਰਮੇਸ਼ਰ ਦੀ ਬੰਦਗੀ ਕਰਾਉਣ ਵਾਸਤੇ ਦੁਨੀਆ 'ਤੇ ਪਰਮੇਸ਼ਰ ਦੇ ਪਿਆਰੇ ਆਉਂਦੇ ਆ। ਇਸ ਕਰਕੇ ਪੰਜ ਪ੍ਰਵਾਨ ਉਹ ਗੁਰਮੁਖੋ ਮੁਖੀ ਹੁੰਦੇ ਆ, ਸ੍ਰੇਸ਼ਟ ਹੁੰਦੇ ਆ, ਗੁਰਮੁਖ ਪਿਆਰੇ ਹੁੰਦੇ ਆ। ਇਸ ਧਰਤੀ 'ਤੇ ਪਰਮੇਸ਼ਰ ਦੀ ਦਰਗਾਹ ਵਿੱਚ ਪ੍ਰਮਾਣਿਕ ਹੁੰਦੇ ਹਨ। ਪੰਚੇ ਪਾਵਹਿ ਦਰਗਹਿ ਮਾਨ, ਤੇ ਪੰਜ ਪ੍ਰਧਾਨ ਉਹ ਗੁਰਮੁਖੋ ਇਸ ਦੁਨੀਆ 'ਤੇ ਪ੍ਰਧਾਨ ਤੇ ਮੁਖੀ ਮੰਨੇ ਜਾਂਦੇ ਆ, ਤੇ ਪਰਲੋਕ ਦੇ ਵਿੱਚ ਵੀ ਮੁਖੀ ਮੰਨੇ ਜਾਂਦੇ ਹਨ। ਪੰਚੇ ਪਾਵਹਿ ਦਰਗਹਿ ਮਾਨ, ਉਹ ਫਿਰ ਜਿਹੜੇ ਸ੍ਰੇਸ਼ਟ ਗੁਰਮੁਖ ਪਿਆਰੇ ਹੁੰਦੇ ਆ, ਪਰਮੇਸ਼ਰ ਦੀ ਦਰਗਾਹ ਵਿੱਚ ਜਾ ਕਰਕੇ ਵੀ ਮਾਣ ਪਾਉਂਦੇ ਆ, ਸਤਿਕਾਰ ਮਿਲਦਾ। ਜਦੋਂ ਸਰੀਰ ਕਰਕੇ ਦੁਨੀਆ ਤੋਂ ਜਾਂਦੇ ਆ, ਲੋਕ ਉਹਨਾਂ ਦੀਆਂ ਬਰਸੀਆਂ ਮਨਾਉਂਦੇ ਆ। ਨਾਸਤਿਕ ਬਿਰਤੀ ਵਾਲੇ ਲੋਕ ਕਹਿੰਦੇ ਕਿ ਸਾਧੂ ਦੀ ਬਰਸੀ ਕਿਉਂ ਮਨਾਉਂਦੇ ਆ? ਗੁਰਮੁਖੋ ਜੇ ਸਾਧੂ ਦੀ ਬਰਸੀ ਨਹੀਂ ਮਨਾਉਣੀ ਤੇ ਦੱਸੋ ਗੰਗੂ ਪਾਪੀ ਦੀ ਯਾਦ ਮਨਾਉਣੀ ਆ? ਜਾਂ ਜਿਸ ਚੰਦੂ ਨੇ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਸ਼ਹੀਦ ਕੀਤਾ, ਕਿ ਉਹਦੀ ਬਰਸੀ ਮਨਾਉਣੀ ਆ? ਜਾਂ ਜਿਹੜੇ ਜਲਾਦ ਭਾਈ ਮਤੀ ਦਾਸ, ਸਤੀ ਦਾਸ, ਦਿਆਲ ਦਾਸ ਨੂੰ ਸ਼ਹੀਦ ਕੀਤਾ, ਕਿ ਉਹਨਾਂ ਦੀਆਂ ਬਰਸੀਆਂ ਮਨਾਉਣੀਆਂ? ਗੁਰਮੁਖੋ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ, ਉਹਨਾਂ ਦੀਆਂ ਯਾਦਾਂ ਮਨਾਈਆਂ ਵੀ ਜਾਂਦੀਆਂ, ਉਹਨਾਂ ਦੀਆਂ ਯਾਦਗਾਰਾਂ ਗੁਰਮੁਖੋ ਬਣਾਈਆਂ ਵੀ ਜਾਂਦੀਆਂ। ਇਸ ਕਰਕੇ ਜਿਹੜੇ ਪਰਮੇਸ਼ਰ ਦੇ ਪਿਆਰੇ ਹੁੰਦੇ ਆ, ਉਹ ਪਰਮੇਸ਼ਰ ਦੀ ਦਰਗਾਹ ਵਿੱਚ ਵੀ ਸਤਿਕਾਰ ਮਾਣ ਪ੍ਰਾਪਤ ਕਰਦੇ ਹਨ। ਪੰਚੇ ਸੋਹੇ ਦਰ ਰਾਜਾਨ, ਉਹਨਾਂ ਦਾ ਮਾਣ ਸਤਿਕਾਰ ਜਿਸ ਤਰ੍ਹਾਂ ਕਿ ਇੱਕ ਰਾਜ ਦਾ ਰਾਜਾ ਜਦੋਂ ਦੂਜੇ ਰਾਜ ਵਿੱਚ ਜਾਂਦਾ ਨਾ, ਤੇ ਗੁਰਮੁਖੋ ਉੱਥੇ ਉਹਦਾ ਰਾਜੇ ਦਾ ਸਤਿਕਾਰ ਹੁੰਦਾ। ਇਸੇ ਤਰ੍ਹਾਂ ਜਿਹੜੇ ਪਰਮੇਸ਼ਰ ਦੇ ਪਿਆਰੇ ਆ ਨਾ, ਜਿੱਥੇ ਵੀ ਜਾਂਦੇ ਆ, ਰਾਜਿਆਂ ਦੇ ਨਿਆਈ ਉਹਨਾਂ ਦਾ ਸਤਿਕਾਰ ਹੁੰਦਾ ਹੈ। ਰੇ ਰੇ ਦਰਗਹਿ ਕਹੇ ਨਾ ਕਉ, ਆਓ ਬੈਠ ਆਦਰ ਸ਼ਬਦ, ਜਮ ਕਾਲ ਮਿਲੇ ਦੇ ਭੇਟ ਸੇਵਕ ਨਿਤ ਹੋਈ। ਧਰਮ ਰਾਜਾ ਵੀ ਉਹਨਾਂ ਦਾ ਸਿੱਖ ਸੇਵਕ ਬਣਦਾ, ਭੇਟਾ ਦੇ ਕਰਕੇ ਸਨਮਾਨ ਕਰਦਾ। ਉਹ ਰਾਜਿਆਂ ਦੀ ਨਿਆਈ ਆ। ਗੁਰਮੁਖੋ ਰਾਜੇ ਕਿਵੇਂ ਬਣਦੇ ਆ? ਜਪਜੀ ਸਾਹਿਬ ਦੀ ਪਾਵਨ ਗੁਰਬਾਣੀ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੁਨੀਆ ਦੇ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ, ਜਿਸ ਨੂੰ ਬਖਸ਼ੇ ਸਿਫਤ ਸਲਾਹ
ਨਾਨਕ ਪਾਤਸ਼ਾਹੀ ਪਾਤਸ਼ਾਹੋ। ਜਿਸ ਪ੍ਰੇਮੀ ਨੂੰ ਗੁਰਮੁਖ ਪਿਆਰੇ ਸੰਤ ਮਹਾਤਮਾ ਨੂੰ ਅਕਾਲ ਪੁਰਖ ਵਾਹਿਗੁਰੂ ਤਰਸ ਕਰਕੇ ਕਿਰਪਾ ਕਰਕੇ ਆਪਣੇ ਦਰ ਘਰ ਦੀ ਸਿਫਤ ਸਲਾਹ ਦੇ ਦਿੰਦਾ ਨਾ, ਉਹ ਰਾਜਿਆਂ ਦਾ ਵੀ ਗੁਰਮੁਖੋ ਰਾਜਾ ਬਣ ਜਾਂਦਾ, ਉਹ ਬੇਪਰਵਾਹ ਬਣ ਜਾਂਦਾ। ਰਾਜੇ ਨੂੰ ਵੀ ਕਿਸੇ ਨਾ ਕਿਸੇ ਵੱਡੇ ਰਾਜੇ ਦਾ ਡਰ ਹੁੰਦਾ, ਪਰ ਗੁਰਮੁਖੋ ਬੇਪਰਵਾਹ ਸਦਾ ਰੰਗ ਹਰਕੈ ਜਾ ਕਉ ਪਾਕ ਸੁਆਮੀ। ਉਹ ਬੇਪਰਵਾਹ ਹੁੰਦੇ ਆ। ਕਿਉਂ ਬੇਪਰਵਾਹ ਬਣ ਜਾਂਦੇ ਆ? ਕਿ ਗੁਰਮੁਖੋ ਬੇਪਰਵਾਹ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਜਪ ਕਰਕੇ ਉਹ ਬੇਪਰਵਾਹ ਲੋਕ ਵਿੱਚ ਤੇ ਪਰਲੋਕ ਵਿੱਚ ਉਹਨਾਂ ਦਾ ਸਨਮਾਨ ਹੁੰਦਾ ਹੈ। ਪੰਚਾ ਕਾ ਗੁਰ ਏਕ ਧਿਆਨ। ਫਿਰ ਉਹਨਾਂ ਦਾ ਉਹ ਪ੍ਰਮਾਣੀ ਕਿਵੇਂ ਹੁੰਦੇ ਆ, ਉਹ ਪ੍ਰਧਾਨ ਕਿਵੇਂ ਹੁੰਦੇ ਆ, ਉਹਨਾਂ ਦਾ ਮਾਨ ਸਨਮਾਨ ਹਰ ਇੱਕ ਜਗ੍ਹਾ 'ਤੇ ਕਿਉਂ ਬਣਦੇ ਆ? ਪੰਚਾਂ ਉਹ ਜਿਹੜੇ ਮੁਖੀ ਹੁੰਦੇ ਨਾ, ਕਾ ਗੁਰ ਏਕ ਧਿਆਨ, ਕਿਸੇ ਦਾ ਕਿਸੇ ਵੱਲ ਧਿਆਨ ਹੁੰਦਾ। ਜਿਸ ਤਰ੍ਹਾਂ ਕਿ ਲੰਗਰ ਵਿੱਚ ਚੰਗੇ ਪਦਾਰਥ ਬਣੇ ਹੁੰਦੇ ਆ ਨਾ, ਬੈਠਾ ਭਾਵੇਂ ਕਿਤੇ ਹੋਵੇ, ਉਹਦਾ ਧਿਆਨ ਲੰਗਰ ਦੇ ਪਦਾਰਥਾਂ ਵੱਲ ਹੁੰਦੇ ਆ ਵੀ ਕਦੋਂ ਸਮਾਪਤੀ ਹੋਊਗੀ ਅਤੇ ਆਪਾਂ ਜਾ ਕਰਕੇ ਪਦਾਰਥ ਛਕਾਂਗੇ। ਸਵਾਰਥਵਾਦੀ ਦਾ ਸਵਾਰਥ ਵੱਲ ਨਿਗਾਹ ਹੁੰਦੀ ਆ। ਜਿਹੜੇ ਪਰਮੇਸ਼ਰ ਦੇ ਪਿਆਰੇ ਆ ਉਹਨਾਂ ਦਾ ਇੱਕ ਧਿਆਨ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ। ਸੱਚੇ ਪਾਤਸ਼ਾਹ ਆਖਾਂ ਜੀਵਾਂ ਵਿਸਰੈ ਮਰ ਜਾਊ, ਆਖਣ ਔਖਾ ਸਾਚਾ ਨਾਉ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚੱਲੀਐ ਦੁਖ। ਉਹਨਾਂ ਦਾ ਇੱਕ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਧਿਆਨ ਲੱਗਾ ਰਹਿੰਦਾ। ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸਿੱਖਾਂ ਦੀ ਬੇਨਤੀ ਨੂੰ ਸੁਣ ਕਰਕੇ ਦੁਬਾਰਾ ਕਥਨ ਕਰਦੇ, ਪੰਜ ਪ੍ਰਵਾਨ। ਉਹ ਗੁਰਮੁਖ ਪਿਆਰੇ ਸੰਤ ਮਹਾਤਮਾ ਸਾਧੂ ਪੰਜ ਪ੍ਰਵਾਨ ਕਹਿੰਦੇ ਕਿਵੇਂ ਹੁੰਦੇ ਆ? ਸੱਚੇ ਪਾਤਸ਼ਾਹ ਉਹਨਾਂ ਦੇ ਲੱਛਣ ਦੱਸਦੇ ਆ। ਉਹਨਾਂ ਦੇ ਵਿੱਚ ਗੁਰਮੁਖੋ ਪੰਜ ਗੁਣ ਹੁੰਦੇ ਆ। ਇਹਨੂੰ ਸੁਜਾਤੀ ਬਿਰਤੀ ਕਹਿੰਦੇ ਆ। ਕਿਹੜੇ ਪੰਜ ਗੁਣ ਹੁੰਦੇ ਆ? ਸਤ, ਸੰਤੋਖ, ਦਇਆ, ਧਰਮ, ਵਿਚਾਰ। ਉਹਨਾਂ ਦੇ ਵਿੱਚ ਇਹ ਪੰਜ ਗੁਣ ਹੁੰਦੇ ਆ। ਦੁਨੀਆ ਦੇ ਲੋਕਾਂ ਵਿੱਚ ਗੁਰਮੁਖੋ ਇਹ ਪੰਜ ਗੁਣ ਨਹੀਂ, ਇਹ ਸਜਾਤੀ ਬਿਰਤੀ ਦੀ ਉਦਾਹਰਣ ਹੁੰਦੇ। ਸਤ, ਸਦਾ ਵਾਸਤੇ ਆਪਣੀ ਜ਼ਬਾਨ ਦੇ ਨਾਲ ਸੱਚ ਬੋਲਣਾ, ਝੂਠ ਨਹੀਂ ਬੋਲਣਾ। ਜੋ ਬੋਲਣਾ ਸੱਚ ਬੋਲਣਾ, ਅਤੇ ਸੱਚ ਬੋਲ ਕਰਕੇ ਸੱਚ ਹੀ ਆਪਣੇ ਕੰਨਾਂ ਦੇ ਨਾਲ ਸੁਣਨਾ। ਜਿੱਥੇ ਸੱਚ ਬੋਲਦੇ ਆ, ਸੱਚ ਵੇਖਦੇ ਆ, ਆਪਣੇ ਕੰਨਾਂ ਦੇ ਨਾਲ ਗੁਰਮੁਖੋ ਸੱਚ ਸੁਣਦੇ ਆ ਅਤੇ ਸੱਚੇ ਰਸਤੇ ਦੇ ਗੁਰਮੁਖੋ ਪਾਂਧੀ ਬਣ ਜਾਂਦੇ ਆ, ਸਤ ਪ੍ਰਤੱਗੀ ਹੋ ਜਾਂਦੇ ਆ। ਜਿਹੜੀ ਜ਼ਬਾਨ ਤੋਂ ਆਪਣੇ ਇੱਕ ਵਾਰ ਬਚਨ ਕਰ ਲੈਂਦੇ ਆ ਗੁਰਮੁਖੋ, ਉਹਦੇ ਤੋਂ ਕਦੇ ਵਾਸਤੇ ਬੋਲਦੇ ਨਹੀਂ, ਸਤ ਪ੍ਰਤੱਗੀ ਹੁੰਦੇ ਆ। ਜਿਸ ਤਰ੍ਹਾਂ ਕਿ ਪਾਵਨ ਗੁਰਬਾਣੀ ਦੇ ਬਚਨ ਹਨ, ਝੂਠ ਨਾ ਬੋਲ ਪਾਂਡੇ ਸੱਚ ਕਹੀਐ, ਕੋੜ ਬੋਲ ਮੁਰਦਾਰ ਖਾਏ, ਆਵਰੀ ਨੋ ਸਮਝਾਵਣ ਜਾਏ। ਗੁਰਮੁਖੋ ਨਾਮ ਦੇ ਅੰਦਰ ਸੱਤ ਹੁੰਦਾ। ਅਤੇ ਸੱਚ ਕਿਵੇਂ ਹੁੰਦਾ? ਜਦੋਂ ਆਪਾਂ ਸੱਚੀ ਬਾਣੀ ਪੜ੍ਹਦੇ ਹਾਂ ਅਤੇ ਗੁਰਮੁਖੋ ਉਹਨਾਂ ਦੇ ਅੰਦਰ ਸੱਚ ਪ੍ਰਵੇਸ਼ ਕਰ ਦਿੰਦਾ। ਇਸ ਕਰਕੇ ਉਹਨਾਂ ਦੇ ਅੰਦਰ ਸੱਤ ਹੁੰਦਾ ਹੈ। ਗੁਰਮੁਖੋ ਇਹ ਪਹਿਲਾ ਗੁਣ ਆ। ਅਤੇ ਦੂਜਾ ਕੀ ਆ? ਸੰਤੋਖ। ਉਹਨਾਂ ਦੇ ਅੰਦਰ ਗੁਰਮੁਖੋ ਕਦੇ ਵਾਸਤੇ ਤ੍ਰਿਸ਼ਨਾ ਨਹੀਂ ਹੁੰਦੀ। ਜਥਾ ਲਾਭ ਤਥਾ ਸੰਤੁਸ਼ਟ। ਜੋ ਪਰਮੇਸ਼ਰ ਨੇ ਦੇ ਦਿੱਤਾ ਗੁਰਮੁਖੋ ਉਹਦੇ ਵਿੱਚ ਸੰਤੁਸ਼ਟ ਰਹਿਣਾ, ਕਦੇ ਵਾਸਤੇ ਭੱਜ ਦੌੜ ਨਹੀਂ। ਭੱਜ ਦੌੜ ਤੋਂ ਗੁਰਮੁਖੋ ਉਹ ਨਵੇਕਲੇ ਰਹਿੰਦੇ। ਸਤ ਸੰਤੋਖ। ਗੁਰਮੁਖੋ ਉਹਨਾਂ ਦੇ ਹਿਰਦੇ ਅੰਦਰ ਦਇਆ ਹੁੰਦੀ ਆ, ਦਿਆਲਤਾ ਹੁੰਦੀ ਆ, ਕਿਰਪਾਲਤਾ ਹੁੰਦੀ ਆ। ਆਪਣੇ ਤੋਂ ਜਿਹੜਾ ਮਾੜਾ ਹੁੰਦਾ ਨਾ, ਉਹਨੂੰ ਗੁਰਮੁਖੋ ਕਦੇ ਵਾਸਤੇ ਡਰਾਉਂਦੇ ਨਹੀਂ, ਝਿੜਕਦੇ ਨਹੀਂ। ਉਹ ਦਇਆ ਦੇ ਧਾਰਨੀ ਹੁੰਦੇ ਆ। ਉਹਨਾਂ ਦਾ ਹਿਰਦਾ ਸਦਾ ਵਾਸਤੇ ਦਿਆਲੂ ਹੁੰਦਾ। ਅਤੇ ਉਹਨਾਂ ਦੇ ਅੰਦਰ ਚੌਥਾ ਗੁਣ ਕੀ ਹੁੰਦਾ? ਕਿ ਧਰਮ। ਉਹ ਧਰਮ ਦੇ ਅਸੂਲਾਂ 'ਤੇ ਪਾਬੰਦ ਰਹਿੰਦੇ ਆ, ਧਰਮ ਦੇ ਵਿੱਚ ਪਰਪੱਕ ਰਹਿੰਦੇ ਆ। ਧਰਮ ਦੇ ਅਰਥ ਗੁਰਮੁਖੋ ਵੱਖਰੀ ਅਰਥ ਹੁੰਦੇ ਆ, ਕਿਸੇ ਮਰਜ਼ਾਦਾ ਅਸੂਲ ਵਿੱਚ ਬੱਝ ਜਾਣਾ, ਮਰਜ਼ਾਦਾ ਤੋਂ ਬਾਹਰ ਨਾ ਹੋਣਾ, ਧਰਮ ਦਾ ਕਦੇ ਵਾਸਤੇ ਤਿਆਗ ਨਾ ਕਰਨਾ।
ਤੇ ਸਾਡਾ ਸਿੱਖ ਧਰਮ ਕੀ ਆ? ਇਸ਼ਨਾਨ ਕਰਨਾ, ਬਾਣੀ ਪੜ੍ਹਨੀ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਣਾ, ਆਪਣੇ ਗੁਰੂ ਦੇ ਦਰ 'ਤੇ ਰਹਿਣਾ, ਆਪਣੇ ਗੁਰੂ ਦੇ ਦਰ ਨੂੰ ਕਦੇ ਵਾਸਤੇ ਛੱਡ ਕਰਕੇ ਨਾ ਜਾਣਾ। ਗੁਰਮੁਖੋ ਇਹ ਉਹਨਾਂ ਦੇ ਵਿੱਚ ਚੌਥਾ ਗੁਣ ਹੁੰਦਾ ਹੈ। ਅਤੇ ਫਿਰ ਪੰਜਵਾਂ ਗੁਣ ਕੀ ਆ? ਵਿਚਾਰ। ਆਪਣੇ ਵਿਚਾਰਾਂ ਨੂੰ ਉਸਾਰੂ ਸੋਚ ਰੱਖਣੀ ਆ, ਆਪਣੇ ਵਿਚਾਰਾਂ ਨੂੰ ਗੁਰਮੁਖੋ ਕਦੇ ਵਾਸਤੇ ਢਿੱਲੀ ਗੱਲ ਨਹੀਂ ਕਰਨੀ ਕਿ ਆਹ ਵੇਖੋ ਜਿਸ ਤਰ੍ਹਾਂ ਕਿ ਹੁਣ ਬਰਸਾਤ ਦੀ ਰੁੱਤ ਆ ਨਾ, ਅਤੇ ਹਾੜੀ ਦੀ ਫਸਲ ਪੱਕੀ ਹੈ। ਜਿਨ੍ਹਾਂ ਦੇ ਵਿਚਾਰ ਮਾੜੇ ਆ ਉਹ ਗੁਰਮੁਖੋ ਆਪਣੀ ਪੱਕੀ ਖੇਤੀ ਫਸਲ ਵੱਲ ਵੇਖ ਕਰਕੇ ਅਤੇ ਰੱਬ ਨੂੰ ਗਾਲਾਂ ਕੱਢਦੇ ਆ। ਨਹੀਂ, ਜਿਨ੍ਹਾਂ ਦੀ ਉਸਾਰੂ ਸੋਚ ਆ, ਜਿਨ੍ਹਾਂ ਦੀ ਵਿਚਾਰ ਨਿੱਗਰ ਹੁੰਦੀ ਆ, ਜਿਨ੍ਹਾਂ ਦੀ ਵਿਚਾਰ ਗੁਰਮੁਖੋ ਸ੍ਰੇਸ਼ਟ ਹੁੰਦੀ ਆ, ਉਹ ਇਸ ਤਰ੍ਹਾਂ ਨਹੀਂ ਕਰਦੇ। ਉਹ ਕਹਿੰਦੇ ਕਿ ਨਹੀਂ, ਰੱਬ ਜੋ ਕਰਦਾ ਚੰਗਾ ਕਰਦਾ। ਰੱਬ ਸ੍ਰਿਸ਼ਟੀ ਦਾ ਮਾਲਕ ਆ, ਅਸੀਂ ਪਰਮੇਸ਼ਰ ਦੀ ਸੰਤਾਨ ਆ। ਜਿਸ ਤਰ੍ਹਾਂ ਕਿ ਮਾਤਾ ਪਿਤਾ ਆਪਣੀ ਸੰਤਾਨ, ਆਪਣੇ ਬੱਚੇ, ਆਪਣੇ ਪਰਿਵਾਰ ਬਾਰੇ ਕਦੇ ਮਾੜਾ ਨਹੀਂ ਨਾ ਸੋਚਦਾ, ਇਸੇ ਤਰ੍ਹਾਂ ਪਰਮੇਸ਼ਰ ਗੁਰਮੁਖੋ ਕਦੇ ਕਿਸੇ ਦਾ ਬੁਰਾ ਨਹੀਂ ਸਮਝਦਾ। ਸਤਿਗੁਰ ਸਭਨਾਂ ਦਾ ਭਲਾ ਮਨਾਏਦਾ, ਤਿਸ ਦਾ ਬੁਰਾ ਕਿਉਂ ਹੋਏ। ਗੁਰੂ ਅਕਾਲ ਪੁਰਖ ਵਾਹਿਗੁਰੂ ਗੁਰਮੁਖੋ ਸਾਰਿਆਂ ਦਾ ਭਲਾ ਕਰਦਾ, ਕਿਸੇ ਦਾ ਬੁਰਾ ਨਹੀਂ ਕਰਦਾ। ਇਸ ਕਰਕੇ ਉਹਨਾਂ ਦੀ ਜਿਹੜੀ ਵਿਚਾਰ ਹੁੰਦੀ ਆ ਗੁਰਮੁਖੋ ਸ੍ਰੇਸ਼ਟ ਹੁੰਦੀ ਆ। ਉਹਨਾਂ ਦੇ ਵਿਚਾਰ ਉੱਚੇ ਅਤੇ ਸੁੱਚੇ ਹੁੰਦਾ। ਇਹਨੂੰ ਕਹਿੰਦੇ ਸਜਾਤੀ ਬਿਰਤੀ। ਸਜਾਤੀ ਬਿਰਤੀ ਵਾਲਿਆਂ ਦੇ ਵਿੱਚ ਗੁਰਮੁਖੋ ਇਹ 5 ਗੁਣ ਹੁੰਦੇ ਆ: ਸਤ, ਸੰਤੋਖ, ਧਰਮ, ਦਇਆ ਅਤੇ ਵਿਚਾਰ। ਇਸ ਕਰਕੇ ਜਿਨ੍ਹਾਂ ਦੇ ਅੰਦਰ ਸਿੱਧ ਲੋਕੋ ਜਾਂ ਗੁਰੂ ਪਿਆਰੂ ਸਿੱਖ ਜਨੋ, ਜਿਨ੍ਹਾਂ ਦੇ ਅੰਦਰ ਇਹ 5 ਗੁਣ ਹੁੰਦੇ ਆ ਗੁਰਮੁਖੋ, ਉਹ 5 ਪ੍ਰਵਾਨ ਹੁੰਦੇ ਆ, ਉਹ ਇਸ ਧਰਤੀ 'ਤੇ ਵੀ ਪ੍ਰਮਾਣਿਕ ਹੁੰਦੇ ਆ। ਫਿਰ ਜੇਕਰ ਉਹ ਸਰੀਰ ਸਵਾਸਾਂ ਦਾ ਅੰਤ ਕਰਕੇ ਧਰਮ ਰਾਜੇ ਦੀ ਕਚਹਿਰੀ ਵਿੱਚ ਜਾਂਦੇ ਆ ਗੁਰਮੁਖੋ, ਜਾਂ ਪਰਲੋਕ ਵਿੱਚ ਜਾਂਦੇ ਆ, ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਆ, ਇਸ ਕਰਕੇ ਗੁਰਮੁਖੋ ਉੱਥੇ ਵੀ ਉਹ ਪ੍ਰਮਾਣਿਕ ਹੁੰਦੇ ਆ। ਅਤੇ ਫਿਰ 5 ਪ੍ਰਧਾਨ, ਇਹਨੂੰ ਕਹਿੰਦੇ ਵਜਾਤੀ ਗੁਣ। ਪਹਿਲੇ ਸੀ ਜਿਹੜੇ ਉਹ ਸਜਾਤੀ ਗੁਣ, ਇਹ ਗੁਰਮੁਖੋ ਵਜਾਤੀ ਗੁਣ। ਉਹ ਪ੍ਰਧਾਨ ਕਿਵੇਂ ਹੁੰਦੇ ਆ? ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ, ਇਹਨਾਂ ਦਾ ਉਹ ਤਿਆਗ ਕਰਦੇ ਆ। ਇਹਨਾਂ ਦੇ ਨਾਲ ਉਹ ਜੰਗ ਕਰਦੇ ਆ। ਜੰਗ ਕਰਕੇ ਇਹਨਾਂ 'ਤੇ ਗੁਰਮੁਖੋ ਫਤਿਹ ਪ੍ਰਾਪਤ ਕਰਦੇ ਆ। ਜਦੋਂ ਫਤਿਹ ਦਾ ਝੰਡਾ ਝੁਲਾ ਲੈਂਦੇ ਆ ਅਤੇ ਗੁਰਮੁਖੋ ਉਹ ਪ੍ਰਧਾਨ ਬਣ ਜਾਂਦੇ ਆ। ਕਲਗੀਧਰ ਪਾਤਸ਼ਾਹ ਜੀ ਦੇ ਬਚਨ ਹਨ, ਆਪਣੇ ਸਿੱਖ ਆਪਣੇ ਖਾਲਸੇ ਨੂੰ ਸੰਬੋਧਨ ਕਰਕੇ, ਖਾਲਸਾ ਸੋ ਜੋ ਕਰੇ ਨਿਤ ਜੰਗ, ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਇੱਕ 'ਚ ਗੁਰਮੁਖੋ ਪ੍ਰਤੱਖ ਜੰਗ ਕਰਨਾ, ਪੰਥ 'ਤੇ ਕੋਈ ਵਿਪਤਾ ਪਈ ਆ, ਗੁਰੂ ਦੀ ਕੋਈ ਨਰਾਦਰੀ ਕਰਦਾ, ਉਹਦੇ ਵਾਸਤੇ ਕਮਰ ਕੱਸਾ ਕਰਕੇ ਅਤੇ ਜੰਗ ਕਰਨਾ। ਅਤੇ ਦੂਜਾ ਗੁਰਮੁਖੋ ਅੰਤਰੀਵ ਜੰਗ ਆ, ਮਨ ਨੂੰ ਘੋੜਾ ਬਣਾਉਣਾ। ਮਨ ਘੋੜੇ 'ਤੇ ਸਵਾਰ ਹੋ ਕਰਕੇ ਸ਼ਬਦ, ਸੇਵਾ ਅਤੇ ਸਿਮਰਨ ਦਾ ਸ਼ਾਸਤਰ ਲੈ ਕਰਕੇ ਗੁਰਮੁਖੋ ਨਿਮਰਤਾ ਦੀ ਢਾਲ ਲੈ ਕਰਕੇ ਜਿਹੜੇ ਸਾਡੇ 5 ਦੁਸ਼ਮਣਾਂ ਨੇ, ਕਾਮ, ਕ੍ਰੋਧ, ਮੋਹ, ਲੋਭ ਅਤੇ ਹੰਕਾਰ, ਨੇਤਾ ਪ੍ਰਤੀ ਇਹਨਾਂ ਦੇ ਨਾਲ ਜੰਗ ਕਰਨਾ। ਖਾਲਸਾ ਸੋ ਜੋ ਚੜ੍ਹੇ ਤਰੰਗ, ਖਾਲਸਾ ਸੋ ਜੋ ਕਰੇ ਨਿਤ ਜੰਗ। ਨੇਤਾ ਪ੍ਰਤੀ ਜਿਹੜਾ ਇਹਨਾਂ 5 ਵਕਾਰਾਂ ਦੇ ਨਾਲ ਜੰਗ ਕਰਦਾ ਅਤੇ ਗੁਰਮੁਖੋ ਸੱਚੇ ਪਾਤਸ਼ਾਹ ਦੀ ਸਹਾਇਤਾ ਕਰਦੇ ਆ। ਜਹ ਜਹ ਕਾਰਜ ਕਿਰਤ ਸੇਵਕ ਕੀ, ਤਹਾਂ ਤਹਾਂ ਉੱਠ ਧਾਵੈ। ਆਪਣੇ ਸਿੱਖ ਦੀ ਗੁਰਮੁਖੋ ਲਾਜ ਪੱਤ ਰੱਖਦੇ ਆ। ਉਹਨੂੰ ਕਦੇ ਵਾਸਤੇ ਗੁਰਮੁਖੋ ਕਾਮ ਦੇ ਅਧੀਨ ਨਹੀਂ ਹੁੰਦੇ, ਕ੍ਰੋਧ ਦੇ ਅਧੀਨ ਨਹੀਂ ਹੁੰਦੇ। ਆਪਣੇ ਸਿੱਖ ਨੂੰ ਗੁਰਮੁਖੋ ਕਦੇ ਵਾਸਤੇ ਲੋਭੀ ਨਹੀਂ ਹੋਣ ਦਿੰਦੇ। ਫਿਰ ਗੁਰਮੁਖੋ ਇਸੇ ਤਰ੍ਹਾਂ ਮੋਹ ਦੇ ਵਸੀਕਾਰ ਨਹੀਂ ਹੋਣ ਦਿੰਦੇ ਸੱਚੇ ਪਾਤਸ਼ਾਹ ਆਪਣੇ ਸਿੱਖ ਨੂੰ, ਅਤੇ ਆਪਣੇ ਸਿੱਖ ਨੂੰ ਕਦੇ ਗੁਰਮੁਖੋ ਹੰਕਾਰੀ ਵੀ ਨਹੀਂ ਹੋਣ ਦਿੰਦੇ। ਜਿਸ ਤਰ੍ਹਾਂ ਕਿ ਆਪਾਂ ਸ਼ਾਮ ਦੇ ਦੀਵਾਨ ਵਿੱਚ
ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਦੇ ਜੀਵਨ ਕੌਤਕਾਂ ਦੀ ਲੜੀਵਾਰ ਆਪਾਂ ਕਥਾ ਵਿਚਾਰ ਸੁਣਦੇ ਆ ਨਾ, ਜਦੋਂ ਭਾਈ ਬਿਧੀ ਚੰਦ ਜੀ ਨੂੰ ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਾਬਲ ਦੀ ਸੰਗਤ ਵੱਲੋਂ ਇੱਕ ਦਰਿਆਈ 2 ਘੋੜੇ ਗੁਰੂ ਦੀ ਭੇਟਾ ਵਾਸਤੇ ਲਿਆਂਦੇ ਸਨ, ਪਰ ਉਹ ਮੁਗਲ ਸ਼ਾਹਜਹਾਨ ਬਾਦਸ਼ਾਹ ਨੇ ਸਿੱਖਾਂ ਦੇ ਕੋਲੋਂ ਖੋਹ ਲਏ। ਭਾਈ ਬਿਧੀ ਚੰਦ ਨੂੰ ਸੱਚੇ ਪਾਤਸ਼ਾਹ ਨੇ ਬਚਨ ਕਰਕੇ ਉਹ ਘੋੜੇ ਲੈਣ ਵਾਸਤੇ ਘੱਲਿਆ। ਪਹਿਲਾ ਘੋੜਾ ਘਾਈ ਬਣ ਕੇ ਲਿਆਇਆ, ਦੂਜਾ ਘੋੜਾ ਨਜੂਮੀ ਬਣ ਕੇ ਲਿਆਇਆ। ਪਰ ਜਦੋਂ ਘੋੜਾ ਲੈ ਕੇ ਭਾਈ ਬਿਧੀ ਚੰਦ ਜੀ ਆਉਂਦੇ ਸਨ, ਪਰ ਭਾਈ ਬਿਧੀ ਚੰਦ ਨੇ ਇਹ ਨਹੀਂ ਸੀ ਕਦੇ ਆਪਣੇ ਮੋਢੇ 'ਤੇ ਹੱਥ ਮਾਰਿਆ ਕਿ ਕੰਮ ਮੈਂ ਕੀਤਾ। ਗੁਰਮੁਖੋ, ਜਿਸ ਬੰਦੇ ਦੇ ਅੰਦਰ ਮੈਂ ਹੁੰਦੀ ਆ ਉਹਨੂੰ ਗੁਰੂ ਦੇ ਦਰ 'ਤੇ ਪਰਮੇਸ਼ਰ ਦੀ ਦਰਗਾਹ ਵਿੱਚ ਕਦੇ ਵਾਸਤੇ ਜਗ੍ਹਾ ਨਹੀਂ ਮਿਲਦੀ। ਜਿਸ ਹਿਰਦੇ ਦੇ ਅੰਦਰ ਤੂੰ ਹੁੰਦੀ ਆ ਗੁਰਮੁਖੋ, ਉਹਨੂੰ ਗੁਰੂ ਦੇ ਦਰ 'ਤੇ ਪਰਮੇਸ਼ਰ ਦੀ ਦਰਗਾਹ ਵਿੱਚ ਥਾਂ ਮਿਲਦੀ ਆ। ਭਾਈ ਬਿਧੀ ਚੰਦ ਦੀ ਵਡਿਆਈ ਸਿੱਖ ਸੰਗਤਾਂ ਨੇ ਕਰਨੀ, ਧੰਨ ਸਤਿਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਰਨੀ। ਅਤੇ ਅੱਗੋਂ ਚਰਨਾਂ 'ਤੇ ਮੱਥਾ ਟੇਕ ਕਰਕੇ ਭਾਈ ਬਿਧੀ ਚੰਦ ਨੇ ਬੇਨਤੀ ਕਰਨੀ ਕਿ ਸੱਚੇ ਪਾਤਸ਼ਾਹ, ਜਿਸ ਕਾ ਕਾਰਜ ਤਿਨ ਹੀ ਕੀਆ, ਮਾਨਸ ਕਿਆ ਵਿਚਾਰਾ ਰਾਮ। ਸੱਚੇ ਪਾਤਸ਼ਾਹ, ਇਹ ਆਪ ਜੀ ਦੀ ਕਿਰਪਾ, ਆਪ ਜੀ ਦਾ ਉਦਮ, ਆਪ ਇਸ ਕਾਰਜ ਵਿੱਚ ਸੱਚੇ ਪਾਤਸ਼ਾਹ ਸਫਲਤਾ ਬਖਸ਼ਿਸ਼ ਕੀਤੀ ਆ। ਮੇਰਾ 'ਚ ਇੱਕ ਬਹਾਨਾ, ਜੇ ਸੱਚੇ ਪਾਤਸ਼ਾਹ ਆਪ ਕਿਰਪਾ ਨਾ ਕਰਦੇ ਤੇ ਘੋੜੇ ਲਾਹੌਰ ਦੇ ਕਿਲ੍ਹੇ ਵਿੱਚੋਂ, ਜਿਹਦੀਆਂ 4 ਦੀਵਾਰੀਆਂ ਕੰਧਾਂ ਬਹੁਤ ਉੱਚੀਆਂ ਸਨ, ਜਿਨ੍ਹਾਂ ਘੋੜਿਆਂ ਦੀ ਰਖਵਾਲੀ ਅਨੇਕਾਂ ਸੂਰਮੇ ਕਰਦੇ ਸਨ, ਉਹ ਕਿਲ੍ਹੇ ਦੀ 4 ਦੀਵਾਰੀ ਅੰਦਰੋਂ ਕਿਲ੍ਹੇ ਦੀ ਕੰਧ ਟਪਾ ਕਰਕੇ ਘੋੜੇ ਲਿਆਉਣੇ। ਇਹ ਗੁਰਮੁਖੋ ਗੁਰੂ ਕੇ ਸਿੱਖ ਦਾ। ਕਈ ਨਾਸਤਕ ਬਿਰਤੀ ਵਾਲੇ ਕਹਿ ਦਿੰਦੇ ਆ ਕਿ ਗੁਰੂ ਘਰ ਦੇ ਵਿੱਚ ਕਦੇ ਸ਼ਕਤੀ ਨਹੀਂ ਵਰਤਾਈ ਗਈ, ਅਤੇ ਜਿਹੜੇ ਭਾਈ ਬਿਧੀ ਚੰਦ ਨੇ ਲਾਹੌਰ ਕਿਲ੍ਹੇ ਵਿੱਚੋਂ ਗੁਰੂ ਦੀ ਭੇਟਾ ਘੋੜੇ ਲਿਆਂਦੇ ਸਨ, ਗੁਰਮੁਖੋ ਸ਼ਕਤੀ ਨਹੀਂ ਵਰਤੀ ਅਤੇ ਹੋਰ ਕੀ ਵਰਤਿਆ? 4 ਚਫੇਰੇ ਦੇ ਦਰਵਾਜ਼ੇ ਬੰਨ੍ਹਿਆ, ਕਿਲ੍ਹੇ ਦੀ ਕੰਧ ਉੱਪਰੋਂ ਛਾਲ ਮਰਾ ਕਰਕੇ ਅਤੇ ਘੋੜਾ ਲੰਘਾਉਣਾ, ਇਹ ਸ਼ਕਤੀ ਨਹੀਂ ਅਤੇ ਹੋਰ ਕੀ ਆ? ਜਦੋਂ ਭਾਈ ਬਿਧੀ ਚੰਦ ਪੱਟੀਓਂ ਦਸ਼ਾਲੇ ਲੈ ਕੇ ਗਏ ਸਨ, ਦਸ਼ਾਲੇ ਲਏ, ਬਲ ਦੇ ਭੱਠ ਵਿੱਚ ਛਾਲ ਮਾਰ ਕਰਕੇ ਬੈਠ ਗਏ। ਗੁਰਮੁਖੋ, ਇਹ ਸ਼ਕਤੀ ਨਹੀਂ ਅਤੇ ਕੀ ਆ? ਨਾਸਕ ਬਿਰਤੀ ਵਾਲੇ ਕਹਿ ਦੇ ਕਿ ਨਹੀਂ, ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਘਰ ਵਿੱਚ ਕਦੇ ਸ਼ਕਤੀ ਨਹੀਂ। ਗੁਰਮੁਖੋ, ਆਪਣੀ ਵਡਿਆਈ ਵਾਸਤੇ ਨਹੀਂ, ਗੁਰੂ ਦੀ ਸਹਾਇਤਾ ਵਾਸਤੇ ਉਦੋਂ ਵੀ ਉਹਨਾਂ ਨੇ ਸ਼ਕਤੀ ਵਰਤਾਈ, ਹੁਣ ਵੀ ਵਰਤਾਉਂਦੇ ਆ, ਅਤੇ ਆਉਣ ਵਾਲੇ ਸਮੇਂ ਵਿੱਚ ਵੀ ਗੁਰਮੁਖੋ ਸ਼ਕਤੀ ਇਸੇ ਤਰ੍ਹਾਂ ਵਰਤਦੀ ਰਹੇਗੀ। ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਜਾਂ ਸਿੱਖ ਸੰਗਤਾਂ ਨੂੰ ਨਿਧਿਆਸਣ ਦੇ ਵਜਾਤੀ ਬਿਰਤੀ ਦੁਆਰਾ ਲੱਛਣ ਦੱਸਦੇ ਆ ਕਿ 5 ਪ੍ਰਧਾਨ ਉਹ ਗੁਰਮ ਪਿਆਰੇ ਸ੍ਰੇਸ਼ਟ ਸਾਧੂ ਮਹਾਤਮਾ ਪ੍ਰਧਾਨ ਤਾਂ ਮੰਨੇ ਜਾਂਦੇ ਆ ਲੋਕ ਅਤੇ ਪ੍ਰਲੋਕ ਵਿੱਚ। ਉਹ ਕਾਮ ਦੇ ਵਸੀਕਾਰ ਨਹੀਂ ਹੁੰਦੇ, ਕ੍ਰੋਧ ਦੇ ਵਸੀਕਾਰ ਨਹੀਂ ਹੁੰਦੇ, ਲੋਭ ਮੋਹ ਦੇ ਵਸੀਕਾਰ ਨਹੀਂ ਹੁੰਦੇ, ਅਤੇ ਹੰਕਾਰ ਦੇ ਵਸੀਕਾਰ ਨਹੀਂ। ਇਹਨਾਂ ਦੇ ਉੱਪਰ ਜਿੱਤ ਪ੍ਰਾਪਤ ਕਰਕੇ ਉਹ 5 ਪ੍ਰਵਾਨ ਵੀ ਹੁੰਦੇ ਆ। ਵਜਾਤੀ ਬਿਰਤੀ ਦੁਆਰਾ ਉਹ 5 ਪ੍ਰਧਾਨ ਵੀ ਮੰਨੇ ਜਾਂਦੇ ਹਨ। ਜੇ ਕੋ ਕਹਿ ਪੰਚੇ ਪਾਵਹਿ ਦਰਗਹਿ ਮਾਨ। ਫਿਰ ਉਹ 5 ਜਿਹੜੇ ਸ੍ਰੇਸ਼ਟ ਮੁਖੀ ਹੁੰਦੇ ਆ, ਪਾਵਹਿ ਪਾਉਂਦੇ ਆ, ਦਰਗਹਿ ਮਾਨ। ਮਾਨ ਕਿਸ ਤਰ੍ਹਾਂ ਪਾਉਂਦੇ ਆ? ਗੁਰਮੁਖੋ, ਇਹ 5 ਤੱਤਾਂ ਦਾ ਸਰੀਰ ਧਾਰਨ ਕਰਦੇ ਆ। ਇਹ 5 ਤੱਤ ਕਿਹੜੇ ਆ? ਆਕਾਸ਼, ਫਿਰ ਪਾਣੀ, ਧਰਤੀ, ਅੱਗ ਅਤੇ ਹਵਾ। ਇਹ 5 ਤੱਤਾਂ ਦੀ ਗੁਰਮੁਖੋ ਸ੍ਰਿਸ਼ਟੀ ਪੈਦਾ ਹੋਈ ਆ। ਹਰ ਇੱਕ ਜੀਵ ਜੰਤੂ ਦਾ 5 ਤੱਤਾਂ ਦਾ ਸਰੀਰ ਬਣਿਆ। ਸਾਧੂ ਮਹਾਤਮਾ ਸ੍ਰੇਸ਼ਟ ਪੁਰਖ ਦਾ ਵੀ 5 ਤੱਤਾਂ ਦਾ ਸਰੀਰ ਬਣਿਆ। 6ਵਾਂ ਤੱਤ ਅਜੇ ਤੱਕ ਦੁਨੀਆ 'ਤੇ ਕੋਈ ਪੈਦਾ ਨਹੀਂ ਹੋ ਸਕਿਆ। ਉਹ ਫਿਰ 5 ਤੱਤਾਂ ਦਾ ਸਰੀਰ ਪ੍ਰਾਪਤ ਕਰਕੇ, ਜਿਸ ਤਰ੍ਹਾਂ ਆਕਾਸ਼ ਜਾਂ ਨਿਰਖੋਭ ਰਹਿੰਦੇ ਆ, ਆਕਾਸ਼ ਦੇ ਵਿੱਚ ਗੁਰਮੁਖੋ ਕਦੇ ਕੋਈ ਚੀਜ਼ ਖੁੱਭ ਨਹੀਂ ਸਕਦੀ, ਨਿਰਖੋਭ ਰਹਿੰਦੇ ਆ। ਅਤੇ ਪਾਣੀ ਵਾਂਗੂ
ਗੁਰਮੁਖੋ ਉਹਨਾਂ ਦੇ ਉੱਪਰ ਵਿਕਾਰਾਂ ਦੀ ਮੈਲ ਨਹੀਂ ਲੱਗਦੀ। ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੈਲ ਨਾ ਲਾਗਾ ਜਲਾ। ਗੁਰਮੁਖੋ ਪਾਣੀ ਕੱਪੜਿਆਂ ਦੀ ਮੈਲ ਲਾਉਂਦਾ, ਕੱਪੜਿਆਂ ਦੀ ਮੈਲ ਕੱਢਦਾ, ਇਸੇ ਤਰ੍ਹਾਂ ਤਨ ਦੀ ਮੈਲ ਦੂਰ ਕਰਦਾ। ਜਦੋਂ ਪਾਣੀ ਮੈਲਾ ਹੋ ਜਾਂਦਾ, ਕੁਝ ਸਮਾਂ ਨੂੰ ਰੱਖੋਗੇ, ਮੈਲ ਥੱਲੇ ਬਹਿ ਜਾਣੀ ਹੈ ਅਤੇ ਪਾਣੀ ਨੇ ਉਜਲੇ ਦਾ ਉਜਲਾ ਹੀ ਰਹਿਣਾ। ਇਸ ਕਰਕੇ ਪਾਣੀ ਦੀ ਨਿਆਈ ਉਹ ਆਪ ਵੀ ਨਿਰਮਲ ਹੁੰਦੇ ਆ, ਜਿਹੜੇ ਉਹਨਾਂ ਦੀ ਸੰਗਤ ਕਰਦੇ ਆ ਅਤੇ ਗੁਰਮੁਖੋ ਉਹਨਾਂ ਨੂੰ ਵੀ ਉਹ ਨਿਰਮਲ ਕਰ ਦਿੰਦੇ ਆ। ਫਿਰ ਉਹਨਾਂ ਦੇ ਅੰਦਰ ਤੀਜਾ ਗੁਣ ਕੀ ਹੁੰਦਾ? ਖੇਮਾ ਹੁੰਦੀ ਆ, ਧੀਰਜ ਧਾਰੀ ਹੁੰਦੇ ਆ। ਧਰਤੀ ਵਰਗਾ ਉਹਨਾਂ ਦੇ ਵਿੱਚ ਗੁਣ ਹੁੰਦਾ। ਬ੍ਰਹਮ ਗਿਆਨੀ ਕੈ ਧੀਰਜ ਏਕ, ਜਿਉ ਬਸਦਾ ਕੋ ਖੋਦਾ ਕੋ ਚੰਦਨ ਲੇਪ। ਗੁਰਮੁਖੋ ਧਰਤੀ 'ਤੇ ਕੋਈ ਟੋਏ ਪੱਟੀ ਜਾਵੇ ਨਾ, ਵੇਖੋ ਧਰਤੀ ਨੂੰ ਵਾਹੀਦਾ, ਬਲ ਫਲ ਫੁੱਲ ਬਗੀਚੇ ਲਾਉਣ ਵਾਸਤੇ ਗੁਰਮੁਖੋ ਟੋਏ ਪੱਟੇ ਜਾਂਦੇ ਆ। ਟੋਏ ਪੱਟਣ ਵਾਲੇ ਨੂੰ ਕਦੇ ਧਰਤੀ ਨੇ ਸਰਾਪ ਨਹੀਂ ਦਿੱਤਾ, ਅਤੇ ਜਿਹੜੇ ਧਰਤੀ ਨੂੰ ਸਾਫ ਸੁਥਰੀ ਰੱਖਦੇ ਆ ਅਤੇ ਗੁਰਮੁਖੋ ਉਹਨਾਂ ਨੂੰ ਕਦੇ ਧਰਤੀ ਨੇ ਵਰ ਨਹੀਂ ਦਿੱਤਾ। ਇਸ ਕਰਕੇ ਧਰਤੀ ਵਰਗੀ ਉਹਨਾਂ ਦੇ ਅੰਦਰ ਧੀਰਜ ਹੁੰਦੀ ਆ, ਖੇਮਾਂ ਦੇ ਧਾਰਨੀ ਹੁੰਦੇ ਆ। ਜਿਹੜਾ ਕੋਈ ਗੁਰਮੁਖੋ ਨਿੰਦਾ ਰੂਪੀ ਟੋਏ ਪੁੱਟਦਾ, ਉਹਨੂੰ ਸਰਾਪ ਨਹੀਂ ਦਿੰਦੇ, ਅਤੇ ਜਿਹੜਾ ਵਡਿਆਈ ਰੂਪੀ ਫੁੱਲ ਬਾਗ ਬਗੀਚੇ ਲਾਉਂਦਾ, ਗੁਰਮੁਖੋ ਉਹਦੇ 'ਤੇ ਖੁਸ਼ ਕਦੀ ਪ੍ਰਸੰਨ ਨਹੀਂ ਹੁੰਦੇ। ਇਸ ਕਰਕੇ ਉਹਨਾਂ ਦੇ ਅੰਦਰ ਧੀਰਜ, ਧਰਤੀ ਵਰਗੀ ਇੱਕ ਧੀਰਜ ਹੁੰਦੀ ਆ। ਅਤੇ ਫਿਰ ਅਗਨੀ, ਚੌਥਾ ਤੱਤ ਹੈ ਅਗਨੀ। ਗੁਰਮੁਖੋ ਉਹਨਾਂ ਦੇ ਅੰਦਰ, ਹਿਰਦੇ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ। ਜਿਹੜੇ ਲੋਕ ਉਹਨਾਂ ਦੀ ਸੰਗਤ ਕਰਦੇ ਆ ਨਾ ਗੁਰਮੁਖੋ, ਜਿਸ ਤਰ੍ਹਾਂ ਕਿ ਇੱਕ ਦੀਵੇ ਤੋਂ ਦੂਜਾ ਦੀਵਾ ਜਗ ਪੈਂਦਾ, ਇਸੇ ਤਰ੍ਹਾਂ ਉਹ ਪ੍ਰਕਾਸ਼ ਸਰੂਪ ਹੋ ਕਰਕੇ ਜਿਹੜੇ ਉਹਨਾਂ ਦੀ ਸੰਗਤ ਕਰਦੇ ਆ, ਗੁਰਮੁਖੋ ਉਹਨਾਂ ਦੇ ਅੰਦਰ ਵੀ ਗਿਆਨ ਦਾ ਪ੍ਰਕਾਸ਼ ਕਰ ਦਿੰਦੇ ਆ। ਮਿਸਾਲ ਦੇ ਤੌਰ 'ਤੇ ਜੇ ਕੋਈ ਕਬਰਾਂ ਦੀ ਪੂਜਾ ਕਰਦਾ, ਉਹਨੂੰ ਕਹਿ ਦਿੰਦੇ, ਭਾਈ ਆਪਾਂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ 'ਤੇ ਸਿੱਖ ਹਾਂ, ਸਿੱਖ ਦਾ ਕਰਮ ਨਹੀਂ, ਸਿੱਖ ਦਾ ਧਰਮ ਨਹੀਂ ਕਬਰਾਂ ਦੀ ਪੂਜਾ ਕਰਨਾ, ਸਿੱਖ ਦਾ ਕਰਮ ਨਹੀਂ ਇਹਨਾਂ ਨੂੰ ਮੱਥਾ ਟੇਕਣਾ। ਕਿਉਂਕਿ ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਕਿਹਾ ਕਿ ਖਾਲਸਾ ਮੇਰੂ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਕਲਗੀਧਰ ਪਾਤਸ਼ਾਹ ਨੇ ਆਪਣੇ ਸਿੱਖ ਨੂੰ ਆਪਣਾ ਨਿੱਜੀ ਸਰੂਪ ਦੱਸਿਆ, ਅਤੇ ਕਲਗੀਧਰ ਪਾਤਸ਼ਾਹ ਨੇ ਕਿਸੇ ਦੇ ਅੱਗੇ ਸੀਸ ਨਹੀਂ ਝੁਕਾਇਆ। ਜੇਕਰ ਕਲਗੀਧਰ ਪਾਤਸ਼ਾਹ ਦਾ ਸੀਸ ਝੁਕਿਆ, ਹਜ਼ੂਰ ਸਾਹਿਬ ਦੀ ਧਰਤੀ 'ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਦੋਂ ਗੁਰਤਾ ਗੱਦੀ ਬਖਸ਼ਿਸ਼ ਕੀਤੀ, ਅਤੇ ਗੁਰਮੁਖੋ ਉਸ ਟਾਈਮ 'ਤੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਕਲਗੀਧਰ ਪਾਤਸ਼ਾਹ ਦਾ ਸੀਸ ਝੁਕਿਆ ਸੀ। ਇਸ ਕਰਕੇ ਕਲਗੀਧਰ ਪਾਤਸ਼ਾਹ ਨੇ ਆਪਾਂ ਨੂੰ ਆਪਣਾ ਨਿੱਜੀ ਸਰੂਪ ਦੱਸਿਆ, ਅਤੇ ਆਪਣਾ ਜਿਹੜਾ ਸੀਸ ਆ ਇਹ ਕਬਰ ਦੇ ਅੱਗੇ ਝੁਕਣਾ ਨਹੀਂ ਚਾਹੀਦਾ। ਦੰਭੀ ਪਖੰਡੀ ਦੇਹਧਾਰੀ ਦੇ ਅੱਗੇ ਗੁਰੂ ਕੇ ਸਿੱਖ ਦਾ ਸੀਸ ਝੁਕਣਾ ਨਹੀਂ ਚਾਹੀਦਾ। ਇਸ ਕਰਕੇ ਜਿਹੜੇ ਗੁਰਮੁਖ ਪਿਆਰੇ ਹੁੰਦੇ ਆ ਨਾ, ਅਗਨੀ ਦੇ ਨਿਆਈ ਉਹ ਪ੍ਰਕਾਸ਼ ਰੂਪ ਹੁੰਦੇ ਆ। ਜਿਵੇਂ ਅੱਗ ਦਾ ਪ੍ਰਕਾਸ਼ ਹੁੰਦਾ, ਜਦੋਂ ਆਪਾਂ ਲਾਈਟ ਬਾਲਦੇ ਹਾਂ, ਮੋਮਬੱਤੀ ਜਾਂ ਦੀਵਾ ਬਾਲਦੇ ਹਾਂ, ਉਸ ਕਮਰੇ ਦੇ ਅੰਦਰ ਪ੍ਰਕਾਸ਼ ਹੁੰਦਾ। ਜਿਹੜੀ ਚੀਜ਼ ਆਪਾਂ ਨੂੰ ਲੱਭਦੀ ਨਹੀਂ, ਜਦੋਂ ਲੋਅ ਹੁੰਦੀ ਆ ਪ੍ਰਕਾਸ਼ ਹੁੰਦਾ, ਅਤੇ ਗੁਰਮੁਖੋਂ ਲੱਭ ਜਾਂਦੀ ਆ। ਇੱਕ ਦੀਵੇ ਤੋਂ ਦੂਜਾ ਦੀਵਾ ਜਗ ਦਿੰਦਾ। ਇਸ ਕਰਕੇ ਉਹ ਅਗਨੀ ਦੀ ਨਿਆਈ ਪ੍ਰਕਾਸ਼ ਸਰੂਪ ਹੁੰਦੇ ਆ। ਉਹਨਾਂ ਦੇ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੁੰਦਾ। ਜਿਹੜੇ ਉਹਨਾਂ ਦੀ ਸੰਗਤ ਕਰਦੇ ਆ ਨਾ, ਅਤੇ ਗੁਰਮੁਖੋ ਉਹ ਵੀ ਪ੍ਰਕਾਸ਼ ਸਰੂਪ ਹੋ ਜਾਂਦੇ ਆ। ਇਸੇ ਤਰ੍ਹਾਂ ਪੰਜਵਾਂ ਤੱਤ ਹੈ ਹਵਾ। ਜਿਹੜੀ ਹਵਾ ਨਾ, ਇਹ ਗੁਰਮੁਖੋ ਨਿਰਲੇਪ ਰਹਿੰਦੀ ਆ। ਇਹ ਨਹੀਂ ਦੇਖਦੀ ਜਦੋਂ ਹਵਾ ਵਗਦੀ ਆ ਕਿ ਅਮੀਰ ਆ ਕਿ ਗਰੀਬ ਆ। ਗੁਰਮੁਖੋ ਜਿਹੜੀ ਹਵਾ ਹੈ, ਇਹਦੇ ਵਿੱਚ ਗੁਣ ਹੁੰਦਾ, ਇੱਕ ਰਸ ਵਗਦੀ ਆ, ਠੰਡੀ ਵਗਦੀ ਆ, ਹਰ ਇੱਕ ਨੂੰ ਲੱਗਦੀ ਆ। ਉਹ ਪਰਮੇਸ਼ਰ ਦੇ ਪਿਆਰੇ ਗੁਰਮੁਖੋ ਪੰਜਵੇਂ ਤੱਤ ਤੋਂ ਗੁਣ ਲੈਂਦੇ ਆ ਕਿ ਨਿਰਲੇਪ ਰਹਿੰਦੇ ਆ। ਕਿਸੇ ਨੂੰ ਆਪਣਾ ਨਹੀਂ ਸਮਝਦੇ ਅਤੇ ਕਿਸੇ ਨੂੰ ਬਗਾਨਾ ਨਹੀਂ ਸਮਝਦੇ। ਇਸ ਕਰਕੇ ਉਹ ਪੰਜਾਂ ਤੱਤਾਂ ਦਾ ਸਰੀਰ ਪਾ ਕਰਕੇ ਪੰਜ ਪਾਵੈ ਦਰਗਹਿ ਮਾਨ। ਉਹ ਗੁਰਮੁਖੋ ਪਰਮੇਸ਼ਰ ਦੀ ਦਰਗਾਹ ਵਿੱਚ
ਮਾਣ ਪ੍ਰਾਪਤ ਕਰਦੇ, ਸਤਿਕਾਰ ਪ੍ਰਾਪਤ ਕਰਦੇ ਹਨ। ਪੰਚੇ ਸੋਹੇ ਦਰ ਰਾਜਾਨ। ਫਿਰ ਪੰਚੇ ਸੋਹੇ ਦਰ ਰਾਜਾਨ। ਗੁਰਮੁਖੋ ਉਹਨਾਂ ਦੇ ਵਿੱਚ ਕੀ ਗੁਣ ਹੁੰਦਾ ਹੈ? ਇਹ 5 ਵਿਸ਼ੇ ਹੁੰਦੇ ਆ: ਸ਼ਬਦ, ਸਪਰਸ਼, ਰੂਪ, ਰਾਸ ਤੇ ਗੰਧ। ਉਹ ਭੈੜੀ ਬਿਰਤੀ ਦੇ ਨਾਲ ਗੁਰਮੁਖੋ ਕਦੇ ਵਾਸਤੇ ਸਪਰਸ਼ ਨਹੀਂ ਕਰਦੇ। ਅੱਖਾਂ ਦੇ ਨਾਲ ਪਰਾਇਆ ਤਾਨ ਤੇ ਪਰਾਇਆ ਧਨ ਨਹੀਂ ਤੱਕਦੇ। ਕੰਨਾਂ ਦੇ ਨਾਲ ਗੁਰਮੁਖੋ ਆਪਣੀ ਵਡਿਆਈ ਤੇ ਪਰਾਏ ਦੀ ਨਿੰਦਾ ਨਹੀਂ ਸੁਣਦੇ। ਜ਼ਬਾਨ ਦੇ ਨਾਲ ਕਿਸੇ ਨੂੰ ਕੋਈ ਖੱਟਾ ਬਚਨ ਨਹੀਂ ਕਹਿੰਦੇ। ਇਸ ਕਰਕੇ ਇਹ ਜਿਹੜੇ 5 ਵਕਾਰ ਹੁੰਦੇ ਆ, ਉਹਨਾਂ ਦੇ ਵਿੱਚ ਗੁਰਮੁਖੋ 5 ਵਕਾਰ ਨਹੀਂ ਹੁੰਦੇ, ਉਹਨਾਂ ਦੇ ਵਿੱਚ 5 ਗੁਣ ਹੁੰਦੇ ਆ। ਅਤੇ ਇਸ ਕਰਕੇ ਦਰ, ਦੁਨੀਆ ਦੇ ਦਰ 'ਤੇ ਵੀ ਗੁਰਮੁਖੋ ਸ਼ੋਭਾ ਪਾਉਂਦੇ ਆ। ਜਦੋਂ ਸਰੀਰ ਨੂੰ ਤਿਆਗ ਕਰਕੇ ਪਰਮੇਸ਼ਰ ਦੀ ਦਰਗਾਹ ਵਿੱਚ ਜਾਂਦੇ ਆ ਅਤੇ ਗੁਰਮੁਖੋ ਉੱਥੇ ਵੀ ਉਹਨਾਂ ਦਾ ਮਾਨ ਸਨਮਾਨ ਹੁੰਦਾ ਹੈ। ਪੰਚਾਂ ਕਾ ਗੁਰ ਏਕ ਧਿਆਨ। ਫਿਰ ਪੰਚਾਂ ਕਾ ਗੁਰ ਏਕ ਧਿਆਨ। 5 ਜਿਹੜੇ ਗਿਆਨ ਅੰਦਰੇ ਹੁੰਦੇ ਆ ਨਾ, ਅਤੇ ਇਹਨਾਂ ਦਾ ਮੁਖੀ ਪ੍ਰਧਾਨ ਹੁੰਦਾ ਇੱਕ ਮਨ। 5 ਕਰਮ ਇੰਦਰੀ ਹੁੰਦੇ ਆ ਅਤੇ 5 ਗਿਆਨ ਇੰਦਰੀ ਹੁੰਦੇ ਆ। ਜਿਹੜੇ ਗਿਆਨ ਇੰਦਰੀ ਹੁੰਦੇ ਆ, ਗੁਰਮੁਖੋ ਇਹਨਾਂ ਦਾ ਮੁਖੀ ਹੁੰਦਾ ਮਨ। ਮਨ ਪ੍ਰਧਾਨ ਹੁੰਦਾ। ਜਿਵੇਂ ਮਿਸਾਲ ਦੇ ਤੌਰ 'ਤੇ ਆਪਾਂ ਕਿਸੇ ਨੂੰ ਕਹੀਏ ਨਾ ਕਿ ਗੁਰਮੁਖਾ ਅੰਮ੍ਰਿਤ ਛਕ, ਉਹ ਕਹਿ ਦਿੰਦਾ ਕਿ ਮੇਰਾ ਮਨ ਨਹੀਂ ਮੰਨਦਾ। ਮਨ ਸਾਰਿਆਂ ਦਾ ਪ੍ਰਧਾਨ ਹੁੰਦਾ ਅਤੇ ਮਨ ਨੂੰ ਗੁਰਮੁਖੋ ਵਸੀਕਾਰ ਕਰਕੇ ਇੱਕ ਧਿਆਨ, ਉਹਦੇ ਉੱਪਰ ਜਿੱਤ ਪ੍ਰਾਪਤ ਕਰਕੇ ਗੁਰਮੁਖੋ ਉਹ ਜਿੱਤ ਪ੍ਰਾਪਤ ਕਰਕੇ ਇੱਕ ਪਰਮੇਸ਼ਰ ਦੇ ਨਾਲ ਆਪਣਾ ਧਿਆਨ ਲਾ ਕਰਕੇ ਰੱਖਦੇ ਆ। ਆਪਣੇ ਮਨ ਦੀ ਬਿਰਤੀ ਨੂੰ ਕਦੇ ਵਾਸਤੇ ਜਿਹੜੇ ਇਹ 5 ਗਿਆਨ ਇੰਦਰੀ ਆ, ਇਹਨਾਂ ਨੂੰ ਕਦੇ ਵਾਸਤੇ ਇੱਧਰ ਉੱਧਰ ਨਹੀਂ ਜਾਣ ਦਿੰਦੇ। ਇਸ ਕਰਕੇ ਪੰਚਾਂ ਕਾ ਗੁਰ ਏਕ ਧਿਆਨ। ਗੁਰੂ ਜਿਹੜਾ ਚੇਤਨ ਸਰੂਪ ਆ, ਇੱਕ ਉਹਦੇ ਨਾਲ ਆਪਣੇ ਧਿਆਨ ਦੀ ਬਿਰਤੀ ਨੂੰ ਜੋੜ ਕਰਕੇ ਰੱਖਦੇ ਆ। ਅਤੇ ਜਦੋਂ ਇਹ ਉਪਦੇਸ਼ ਨਿਧਿਆਸਣ ਦੀ ਕਮਾਈ ਵਾਲਾ ਉਪਦੇਸ਼ ਸਿੱਧ ਲੋਕਾਂ ਨੇ ਸੁਣਿਆ ਅਤੇ ਬੇਨਤੀ ਕੀਤੀ ਕਿ ਸੱਚੇ ਪਾਤਸ਼ਾਹ ਕਿਰਪਾ ਕਰਕੇ ਸਾਨੂੰ ਇਹ ਵੀ ਦੱਸੋ ਕਿ ਆਪ ਜੀ ਕਿੰਨੇ ਸਰੂਪ ਧਾਰਨ ਕਰੋਗੇ। ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕਥਨ ਕੀਤਾ ਕਿ ਸਿੱਧ ਲੋਕੋ, ਅਸੀਂ 10 ਸਰਗੁਣ ਸਰੂਪ ਧਾਰਨ ਕਰਾਂਗੇ। ਅਤੇ ਸੱਚੇ ਪਾਤਸ਼ਾਹ ਜੀ ਆਪ ਜੀ ਦਾ 10ਵਾਂ ਸਰੂਪ ਕਿਹੋ ਜਿਹਾ ਹੋਵੇਗਾ? ਸਿੱਧ ਲੋਕਾਂ ਦੀ ਬੇਨਤੀ ਨੂੰ ਸੁਣ ਕਰਕੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਉਹ ਬੇਰਸੀ ਹੋਵੇਗਾ। ਸਾਡਾ ਬੇਰਸੀ 10ਵਾਂ ਜਾਮਾ ਹੋਵੇਗਾ। 10ਵੇਂ ਜਾਮੇ ਦੇ ਵਿੱਚ ਅਸੀਂ ਖਾਲਸਾ ਪੰਥ ਦੀ ਸਿਰਜਣਾ ਕਰਾਂਗੇ। 5 ਪਿਆਰੇ ਸਾਜਾਂਗੇ। 5 ਪਿਆਰਿਆਂ ਦੇ ਸਿਰ ਲੈ ਕਰਕੇ ਦਇਆ ਰਾਮ ਤੋਂ ਦਇਆ ਸਿੰਘ ਬਣਾਵਾਂਗੇ। ਪੰਥ ਵਿੱਚ ਦਇਆ ਆਵੇਗੀ। ਧਰਮ ਚੰਦ ਤੋਂ ਧਰਮ ਸਿੰਘ ਬਣਾਵਾਂਗੇ। ਪੰਥ ਵਿੱਚ ਧਰਮ ਦੀ ਪ੍ਰਾਪਤੀ ਹੋਵੇਗੀ। ਇਸੇ ਤਰ੍ਹਾਂ ਜਿੱਥੇ ਗੁਰਮੁਖੋ ਦਇਆ ਅਤੇ ਧਰਮ ਆ ਗਿਆ, ਉੱਥੇ ਹਿੰਮਤ ਸਿੰਘ ਦਾ ਸੀਸ ਲੈ ਕਰਕੇ ਪੰਥ ਨੂੰ ਅਸੀਂ ਹਿੰਮਤੀ ਅਤੇ ਉਦਮੀ ਬਣਾਵਾਂਗੇ। ਸਾਡਾ ਪੰਥ ਕਦੇ ਵਾਸਤੇ ਦਲਿੱਦਰੀ ਅਤੇ ਆਲਸੀ ਨਹੀਂ ਹੋਵੇਗਾ। ਜਿੱਥੇ ਦਇਆ ਆ ਗਈ ਉੱਥੇ ਗੁਰਮੁਖੋ ਧਰਮ ਅਵਸ਼ ਆਉਂਦਾ। ਜਿੱਥੇ ਧਰਮ ਆ ਗਿਆ ਉੱਥੇ ਹਿੰਮਤ ਆਉਂਦੀ ਆ। ਅਤੇ ਜਦੋਂ ਗੁਰਮੁਖੋ ਦਇਆ ਆ ਗਈ, ਧਰਮ ਆ ਗਿਆ, ਹਿੰਮਤ ਆ ਗਈ ਆ, ਅਤੇ ਉੱਥੇ ਫਿਰ ਮੋਹ ਕੰਮ, ਸੰਸਾਰ ਦਾ, ਵਿਕਾਰਾਂ ਦਾ, ਸਰੀਰ ਦਾ, ਪਰਿਵਾਰ ਦਾ ਮੋਹ ਨਹੀਂ ਰਹੇਗਾ। ਅਸੀਂ ਮੋਹ ਆਪਣੇ ਪੰਥ ਵਿੱਚੋਂ ਸਦਾ ਵਾਸਤੇ ਦੂਰ ਕਰ ਦਿਆਂਗੇ। ਜਿੱਥੇ ਦਇਆ ਆਈ ਉੱਥੇ ਧਰਮ ਆਇਆ। ਜਿੱਥੇ ਧਰਮ ਆਇਆ ਉੱਥੇ ਹਿੰਮਤ ਆਈ। ਜਿੱਥੇ ਹਿੰਮਤ ਆਇਆ ਉੱਥੇ ਮੋਹ ਕੰਮ ਹੋ ਗਿਆ। ਗੁਰਮੁਖੋ ਜਿੱਥੇ ਇਹ 4 ਗੁਣ ਆਏ ਅਤੇ 5ਵਾਂ ਸਾਹਿਬ ਚੰਦ ਨੂੰ
ਅਸੀਂ ਸਿੰਘ ਸਜਾ ਕਰਕੇ ਸਾਹਿਬ ਬਣਾ ਕਰਕੇ ਤੇ ਜਿੱਥੇ ਗੁਰਮੁਖੋ ਇਹ 4 ਵਸਤੂਆਂ ਪ੍ਰਾਪਤ ਹੋ ਗਈਆਂ ਤੇ ਸਾਹਿਬ ਨਾਮ ਹੈ ਮਾਲਕ ਦਾ, ਉਸ ਜੀਵ ਨੂੰ ਫਿਰ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋਵੇਗੀ। ਅਸੀਂ 5 ਸਿੱਖਾਂ ਦੇ ਸੀਸ ਲੈ ਕਰਕੇ ਖੰਡੇ ਬਾਟੇ ਦਾ ਅੰਮ੍ਰਿਤ ਤਿਆਗ ਕਰਾਂਗੇ। ਇਹਨਾਂ 5 ਸਿੰਘਾਂ ਨੂੰ ਅੰਮ੍ਰਿਤ ਛਕਾ ਕਰਕੇ 10ਵੇਂ ਜਾਮੇ ਵਿੱਚ ਅਸੀਂ ਉਹਨਾਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਆਪ ਛਕਾਂਗੇ। ਤੇ ਉਹਨਾਂ ਦੇ ਪ੍ਰਥਾਏ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਕਥਨ ਕਰਦੇ ਆ 5 ਪ੍ਰਵਾਨ, ਉਹ ਜਿਹੜੇ 5 ਪਿਆਰੇ ਹੋਣਗੇ ਗੁਰਮੁਖੋ ਪ੍ਰਮਾਣਿਕ ਹੋਣਗੇ। ਇਸੇ ਤਰ੍ਹਾਂ ਧਰਮ ਦੀ ਜੰਗ ਕਰਕੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਜੁਗੋ ਜੁਗ ਗੁਰਤਾ ਗੱਦੀ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਖਾਲਸਾ ਪੰਥ ਦਾ ਗੁਰੂ ਥਾਪਾਂਗੇ। ਉਹ ਜਿਹੜੇ 5 ਪਿਆਰੇ ਹੋਣਗੇ ਨਾ, ਖਾਲਸਾ ਮੇਰੂ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ। ਗੁਰਮੁਖੋ ਜਿਹੜੇ 5 ਪਿਆਰੇ ਹੋਣਗੇ ਉਹਨਾਂ ਦਾ ਬਚਨ, ਉਹਨਾਂ ਦਾ ਕਰਮ ਜਿਹੜਾ ਕੀਤਾ ਹੋਵੇਗਾ 5 ਪ੍ਰਵਾਨ ਉਹ ਪ੍ਰਮਾਣਿਕ ਹੋਵੇਗਾ। 5 ਸਿੰਘਾਂ ਦੀ ਦੱਸੀ ਹੋਈ ਰਹਿਤ ਪ੍ਰਮਾਣਿਕ ਹੋਵੇਗੀ। ਇਸੇ ਤਰ੍ਹਾਂ ਜਿਹੜੇ 5 ਵਿਕਾਰ ਜਾਂ ਜਿਹੜੇ 5 ਔਗਣਿਆਂ ਉਹਨਾਂ ਦਾ ਤਿਆਗ ਕਰਨਾ, 5 ਦਾ ਵਸਾਹ ਨਹੀਂ ਕਰਨਾ, 5 ਦੇ ਨਾਲ ਮੇਲ ਮਿਲਾਪ ਨਹੀਂ ਕਰਨਾ। ਇਸੇ ਤਰ੍ਹਾਂ 5 ਦੇ ਨਾਲ ਸਾਡੇ ਖਾਲਸਾ ਪੰਥ ਨੇ, ਸਾਡੇ ਸਿੱਖ ਨੇ ਰੋਟੀ ਬੇਟੀ ਦੀ ਕਦੇ ਵਾਸਤੇ ਸਾਂਝ ਨਹੀਂ ਕਰਨੀ। ਉਹ ਫਿਰ 5 ਪਿਆਰੇ ਕਿਹੋ ਜਿਹੇ ਹੋਣੇ ਚਾਹੀਦੇ ਆ? ਰਹਿਤ ਬੈਤ ਤਹ ਪਾਂਚੋ ਮਿਲੈ, ਜਿਹੜੇ ਰਹਿਤ ਮਰਜ਼ਾਦਾ ਦੇ ਵਿੱਚ ਤਿਆਰ ਬਰ ਤਿਆਰ ਹੋਣ। ਤੇ ਜਿਹੜੇ ਅੱਜ ਕੱਲ੍ਹ ਦੇ 5 ਪਿਆਰੇ ਆ ਨਾ, ਜਦੋਂ ਕਿਤੇ ਅੰਮ੍ਰਿਤ ਛਕਾਉਣ ਜਾਂਦੇ ਤੇ ਪਹਿਲਾਂ ਫੋਨ ਕਰ ਦਿੰਦੇ ਆ ਕਿ ਦੁੱਧ 'ਚ ਪੱਤੀ ਪਾ ਕੇ ਸਾਡੇ ਵਾਸਤੇ ਚਾਹ ਬਣਾ ਕੇ ਰੱਖਿਓ। ਅਸੀਂ ਇੰਨੀ ਦੂਰ ਰਹਿ ਗਏ ਹਾਂ, ਕੜਾਹ ਪ੍ਰਸ਼ਾਦੀ ਦੇਗ ਬਣਾ ਦਿਓ। ਗੁਰਮੁਖੋ ਦੇਗ ਵੀ ਆਮ ਲੋਕਾਂ ਨੇ ਬਣਾਉਣੀ ਆ। ਫਿਰ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ, ਉਦੋਂ ਚੰਗੀ ਕੜਾਕੇ ਵਾਲੀ ਚਾਹ ਪੀਣੀ ਆ ਕਿ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕਰਨਾ। ਆਪ ਚਾਹ ਪੀਣ ਲੱਗ ਪੈਂਦੇ ਆ ਤੇ ਜਿਹੜੇ ਆਮ ਲੋਕ ਹੁੰਦੇ ਆ ਉਹਨਾਂ ਨੂੰ ਕਹਿ ਦੇ ਕਿ ਜਿਨ੍ਹਾਂ ਬਾਟਿਆਂ ਵਿੱਚ ਅੰਮ੍ਰਿਤ ਤਿਆਰ ਕਰਨਾ ਇਹਨਾਂ ਨੂੰ ਧੋ ਕੇ ਤੇ ਤੁਸੀਂ ਮਾਂਜ ਦਿਓ। ਗੁਰਮੁਖੋ ਗ੍ਰੰਥੀ ਵੀ ਉੱਥੋਂ ਲਾਉਣਾ, ਭਾਂਡੇ ਵੀ ਉਹਨਾਂ ਤੋਂ ਮੰਜਾਉਣੇ ਆ, ਫਿਰ ਕੜਾਹ ਪ੍ਰਸਾਦ ਦੀ ਦੇਗ ਵੀ ਉਹਨਾਂ ਤੋਂ ਤਿਆਰ ਕਰਾਉਣੇ ਆ। ਗੁਰਮੁਖੋ ਇਹ ਗੁਰਮਤ ਦਾ ਅਸੂਲ ਨਹੀਂ, ਇਹ ਗੁਰਮਤ ਦਾ ਅਸੂਲ ਨਹੀਂ। ਸੱਚੇ ਪਾਤਸ਼ਾਹ ਨੇ ਤੇ ਇਹ ਬਚਨ ਕੀਤੇ ਆ, ਰਹਿਤ ਮਰਜ਼ਾਦਾ ਦੇ ਵਿੱਚ ਪ੍ਰਭਕ ਹੁਣ ਮਮ ਸਰੂਪ ਤਹ ਜਾਨੋ ਭਲਾ। ਉਹਨਾਂ ਨੂੰ ਸਾਡਾ ਸਰੂਪ ਜਾਣਨਾ ਜਿਹੜੇ 5 ਬਾਣੀਆਂ ਦੇ ਨਿਤਨੇਮੀ ਹੋਣ, 5 ਵਿਕਾਰਾਂ ਤੋਂ ਬਚੇ ਹੋਣ, 5 ਬਾਣੀਆਂ ਦੇ ਨਿਤਨੇਮੀ, ਫਿਰ 5 ਕਕਾਰਾਂ ਦੀ ਉਹ ਰਹਿਤ ਰੱਖਦੇ ਹੋਣ। ਤੇ ਫਿਰ ਗੁਰਮੁਖੋ ਜਿਹੜੇ 5 ਸਾਡੇ ਕਕਾਰ ਆ, ਇਹਨਾਂ ਦੇ ਵਿੱਚ ਵੀ ਕਈਆਂ ਨੇ ਸ਼ੰਕਾ ਪਾਇਆ, ਆਖੇ ਬੀਬੀਆਂ ਨੇ ਕੇਸ ਕੀ ਕਰਨੀ, ਕੇਸ ਕੀ ਇੱਕ 5ਵਾਂ ਕਕਾਰ ਆ। ਗੁਰਮੁਖੋ ਕੇਸ ਕੀ ਦਸਤਾਰ ਸਜਾਉਣੀ ਕੋਈ ਅਪਰਾਧ ਨਹੀਂ, ਮਾੜਾ ਕੰਮ ਨਹੀਂ, ਪਰ ਜਿਹੜਾ ਕਕਾਰ ਆ ਨਾ ਉਹ ਕੇਸ ਕੀ ਨਹੀਂ, 5ਵਾਂ ਕਕਾਰ। ਕਲਗੀਧਰ ਪਾਤਸ਼ਾਹ ਨੇ ਸਾਨੂੰ ਕੇਸ ਦੱਸਿਆ। 5 ਕਕਾਰ ਕਿਹੜੇ ਆ? ਕੇਸ, ਕੰਘਾ, ਕਿਰਪਾਨ, ਕੜਾ ਤੇ ਕਛਹਿਰਾ। ਇਹ ਗੁਰਮੁਖੋ ਸਾਡੇ 5 ਕਕਾਰ ਕਲਗੀਧਰ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤੇ ਆ। 5 ਕਕਾਰਾਂ ਦੀ ਰਹਿਤ ਰੱਖਣੀ ਆ, 5 ਬਾਣੀਆਂ ਦੇ ਨਿਤਨੇਮੀ ਹੋਣਾ, ਫਿਰ 5 ਵਕਾਰਾਂ ਤੋਂ ਬਚ ਕਰਕੇ ਰਹਿਣਾ। ਤੇ ਸਾਡੇ ਸਿੱਖ ਨੇ ਰਹਿਤ ਮਰਜ਼ਾਦਾ ਵਿੱਚ ਗੁਰਮੁਖੋ ਕਦੇ ਵਾਸਤੇ ਨਾਗਾ ਨਹੀਂ ਪਾਉਣਾ, ਇਸ਼ਨਾਨ ਵਿੱਚ ਨਾਗਾ ਨਹੀਂ ਪਾਉਣਾ, ਨਿਤਨੇਮ ਵਿੱਚ ਨਾਗਾ ਨਹੀਂ ਪਾਉਣਾ। ਤੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸਿੱਧ ਲੋਕਾਂ ਨੂੰ ਸੰਬੋਧਨ ਕਰਕੇ ਸਮਝਾਉਂਦੇ ਆ ਕਿ ਉਹ ਜਿਹੜੇ 5 ਪੰਚ ਪਿਆਰੇ ਹੋਣਗੇ ਉਹ ਪ੍ਰਮਾਣਿਕ ਹੋਣਗੇ, 5 ਪ੍ਰਧਾਨ ਉਹ ਫਿਰ ਮੁਖੀ ਤੇ ਪ੍ਰਧਾਨ ਕਹਾਏ ਜਾਣਗੇ। ਪੰਚੇ ਪਾਵਹਿ ਦਰਗਹਿ ਮਾਨ, ਫਿਰ ਉਹ ਪੰਚੇ ਦਰਗਾਹ ਦੇ ਵਿੱਚ ਮਾਣ ਪ੍ਰਾਪਤ ਕਰਨਗੇ। ਜਾਂ ਜਿਹੜਾ 5 ਪਿਆਰਿਆਂ ਵੱਲੋਂ ਛਕਾਇਆ ਹੋਇਆ ਖੰਡੇ ਬਾਟੇ ਦਾ ਅੰਮ੍ਰਿਤ ਆ ਨਾ, ਕਈਆਂ ਪ੍ਰੇਮੀਆਂ ਦਾ ਇਹ ਵੀ ਖਿਆਲ ਹੁੰਦਾ
ਕਿ ਸਾਡਾ ਬੰਦੇ ਦਾ ਮਨ ਸਾਫ਼ ਹੋਣਾ ਚਾਹੀਦਾ। ਖੰਡੇ ਬਾਟੇ ਦੇ ਅੰਮ੍ਰਿਤ ਛਕਣ ਦੇ ਨਾਲ ਕੋਈ ਜ਼ਿਆਦਾ ਸਿੱਖ ਨਹੀਂ ਬਣ ਜਾਂਦਾ। ਅਤੇ ਗੁਰਮੁਖੋ, ਪੰਜਾਂ ਪਿਆਰਿਆਂ ਦੇ ਕੋਲੋਂ ਕਲਗੀਧਰ ਪਾਤਸ਼ਾਹ ਨੇ ਆਪ ਅੰਮ੍ਰਿਤ ਛਕਿਆ। ਕਿ ਕਲਗੀਧਰ ਪਾਤਸ਼ਾਹ ਦਾ ਮਨ ਸਾਫ਼ ਨਹੀਂ ਸੀ? ਸਮੇਤ ਮਹਿਲ ਮਾਤਾ ਗੁਜਰ ਕੌਰ ਜੀ, ਫਿਰ 4 ਸਾਹਿਬਜ਼ਾਦੇ, ਕਲਗੀਧਰ ਪਾਤਸ਼ਾਹ ਜੀ ਨੇ ਸਮੇਤ ਪਰਿਵਾਰ ਅੰਮ੍ਰਿਤ ਛਕਿਆ। ਕਿ 4 ਸਾਹਿਬਜ਼ਾਦਿਆਂ ਦਾ ਮਨ ਸਾਫ਼ ਨਹੀਂ ਸੀ? ਗੁਰੂ ਕੀ ਮਹਿਲਾ ਵਰਗਾ ਜਿਹੜਾ ਕੋਈ ਦੁਨੀਆ 'ਤੇ ਹੋ ਹੀ ਨਹੀਂ ਸਕਦਾ। ਮਾਤਾ ਗੁਜਰ ਕੌਰ ਜੀ, ਕਈ ਇਤਿਹਾਸਕਾਰ ਜਾਂ ਪ੍ਰਚਾਰਕ ਕਹਿ ਦਿੰਦੇ ਮਾਤਾ ਗੁਜਰੀ। ਗੁਰਮੁਖੋ ਨਹੀਂ, ਉਹਨਾਂ ਨੇ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਸੀ। ਸੰਪੂਰਨ ਪੂਰਾ ਨਾਮ ਹੈ ਮਾਤਾ ਗੁਜਰ ਕੌਰ ਜੀ। ਕਿਉਂਕਿ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ ਜਾਂਦਾ, ਸਿੰਘ ਦੇ ਨਾਮ ਦੇ ਨਾਲ ਸਿੰਘ ਸ਼ਬਦ ਲਾਇਆ ਜਾਂਦਾ ਅਤੇ ਬੀਬੀ ਦੇ ਨਾਮ ਦੇ ਨਾਲ ਕੌਰ ਲਾਇਆ ਜਾਂਦਾ। ਇਸ ਕਰਕੇ ਕਿਸੇ ਵੀ ਸਤਿਕਾਰਯੋਗ ਮਾਤਾ ਜੀ ਦਾ ਨਾਮ ਕੌਰ ਤੋਂ ਬਿਨਾਂ ਨਹੀਂ ਬੋਲਣਾ। ਉਹ ਮਾਤਾ ਗੁਜਰ ਕੌਰ ਜੀ ਸਨ। ਸਮੇਤ ਪਰਿਵਾਰ ਕਲਗੀਧਰ ਪਾਤਸ਼ਾਹ ਨੇ ਆਪਣੀ ਮਾਤਾ, ਆਪਣੇ ਮਹਿਲ, 4 ਸਾਹਿਬਜ਼ਾਦੇ ਸਮੇਤ ਪਰਿਵਾਰ ਕਲਗੀਧਰ ਪਾਤਸ਼ਾਹ ਨੇ ਅੰਮ੍ਰਿਤ ਛਕਿਆ। ਕਿ ਉਹਨਾਂ ਦਾ ਮਨ ਸਾਫ਼ ਨਹੀਂ ਸੀ? ਗੁਰਮੁਖੋ ਨਹੀਂ, ਮਨ ਸਾਫ਼ ਬੰਦੇ ਦਾ ਉਦੋਂ ਹੁੰਦਾ ਜਦੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ, 5 ਕਕਾਰੀ ਰਹਿਤ ਰੱਖਦਾ, 5 ਕਕਾਰ ਸਰੀਰ ਆਪਣੇ 'ਤੇ ਧਾਰਨ ਕਰਦਾ। ਇਸ ਕਰਕੇ ਸੱਚੇ ਪਾਤਸ਼ਾਹ ਜਿਹੜਾ ਪੰਜਾਂ ਪਿਆਰਿਆਂ ਦੇ ਕੋਲੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਦਾ, ਫਿਰ ਪੰਚੇ ਪਾਵੈ ਦਰਗਹਿ ਮਾਨ, ਉਹ ਅਕਾਲ ਪੁਰਖ ਦੀ ਦਰਗਾਹ ਦੇ ਵਿੱਚ ਮਾਨ ਪ੍ਰਾਪਤ ਕਰਦਾ ਹੈ। ਪੰਚੇ ਸੋਹੇ ਦਰ ਰਾਜਾਨ, ਫਿਰ ਉਹ ਸੋਭਾ ਵਾਲੇ ਦੁਨੀਆ ਦੇ ਦਰ 'ਤੇ ਪਰਲੋਕ ਦੇ ਦਰ ਵਿੱਚ ਸੋਭਾ ਪਾਉਂਦੇ ਹਨ। ਪੰਚਾ ਕਾ ਗੁਰ ਏਕ ਧਿਆਨ, ਫਿਰ ਪੰਚਾਂ ਕਾ ਗੁਰ ਏਕ ਧਿਆਨ, ਸਾਡੇ ਸਿੱਖ ਨੇ ਬਿਰਤੀ ਅਤੇ ਸੁਰਤੀ ਦਾ ਧਿਆਨ ਆਪਣੇ ਗੁਰੂ ਦੇ ਨਾਲ ਰੱਖਣਾ। ਜਿਸ ਤਰ੍ਹਾਂ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ 3 ਬਚਨ ਕੀਤੇ ਸਨ, ਕਿਰਤ ਕਰਨੀ, ਨਾਮ ਜਪਣਾ ਅਤੇ ਵੰਡ ਛਕਣਾ। ਸਾਡੇ ਸਿੱਖ ਨੇ ਕਿਰਤ ਕਰਨੀ ਆ। ਜਿੱਥੇ ਕਿਰਤ ਕਰਨੀ ਆ ਉੱਥੇ ਨਾਮ ਵੀ ਜਪਣਾ। ਜਿੱਥੇ ਨਾਮ ਜਪਣਾ ਉੱਥੇ ਵੰਡ ਕੇ ਵੀ ਛਕਣਾ। ਇਹ ਨਹੀਂ ਕਿ ਘਰ ਪਰਿਵਾਰ ਦੇ ਵਿੱਚ ਕੋਈ ਲੋੜਵੰਦ ਰਾਹੀ ਪਾਂਦੀ ਆ ਗਿਆ ਅਤੇ ਉਹਨੂੰ ਪ੍ਰਸ਼ਾਦਾ ਪਾਣੀ ਨਹੀਂ ਛਕਾਉਣਾ। ਜਿੱਥੇ ਕਿਰਤ ਕਰਨੀ ਆ ਉਹਦੇ ਨਾਲ ਨਾਮ ਵੀ ਜਪਣਾ। ਜਿੱਥੇ ਨਾਮ ਜਪਣਾ ਉੱਥੇ ਸਾਡੇ ਸਿੱਖ ਨੇ ਵੰਡ ਕੇ ਵੀ ਛਕਣਾ। ਇਹ 3 ਬਚਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ ਸਨ। ਇਸੇ ਤਰ੍ਹਾਂ 3 ਬਚਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਤੇ। ਉਹ ਕਿਹੜੇ? ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦੇ, ਅਤੇ ਪੂਜਾ ਅਕਾਲ ਦੀ ਕਰਨੀ ਆ। ਜਿਹੜਾ ਸਾਡਾ ਖਾਲਸਾ ਅਕਾਲ ਦਾ ਪੁਜਾਰੀ ਆ, ਰਾਧਾ ਸੁਆਮੀ ਦਾ ਪੁਜਾਰੀ ਨਹੀਂ, ਫਿਰ ਨੂਰ ਮਹਿਲੀਏ ਦਾ ਪੁਜਾਰੀ ਨਹੀਂ, ਬਲਾਤਕਾਰੀ ਸਰਸੇ ਵਾਲੇ ਦਾ ਪੁਜਾਰੀ ਨਹੀਂ, ਕਿਸੇ ਕਬਰ ਗੋਰ ਮੜੀ ਮੱਟ ਦਾ ਪੁਜਾਰੀ ਨਹੀਂ। ਸਾਡਾ ਖਾਲਸਾ ਪਹਾੜਾਂ ਵਾਲੇ ਬਾਬੇ ਵਡਭਾਗ ਸਿੰਘ ਦਾ ਪੁਜਾਰੀ ਨਹੀਂ। ਪੁਜਾਰੀ ਇੱਕ ਪੂਜਾ ਅਕਾਲ ਦੀ ਕਰਨੀ ਆ। ਪਰਚਾ ਸ਼ਬਦ ਦਾ, ਸ਼ਬਦ ਦੇ ਉੱਪਰ ਆਪਣਾ ਭਰੋਸਾ ਰੱਖਣਾ। ਅਤੇ ਦੀਦਾਰ ਖਾਲਸੇ ਦੇ ਵਿੱਚੋਂ ਕਲਗੀਧਰ ਪਾਤਸ਼ਾਹ ਨੇ ਬਚਨ ਕੀਤੇ, ਖਾਲਸਾ ਮੇਰੂ ਰੂਪ ਹੈ ਖਾਸ, ਸਾਡਾ ਸਰਗੁਣ ਸਰੂਪ ਖਾਲਸੇ ਨੂੰ ਸਮਝਣਾ। ਇਹ 3 ਬਚਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਖਾਲਸਾ ਪੰਥ ਨੂੰ ਦਿੱਤੇ ਸਨ। ਇਹ ਸਤਿਗੁਰੂ ਸਾਹਿਬ ਜੀ ਦੀ ਕਿਰਪਾ ਦਾ ਸਦਕਾ ਆਪਾਂ ਸਾਰਿਆਂ ਨੇ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕੀਤੀ ਹੈ। 10 ਪਾਸੋਂ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਕਰਦਿਆਂ ਏਕ ਨਹੀਂ ਅਨੇਕ ਹੀ ਪ੍ਰਕਾਰ ਦੀਆਂ ਬੇਅੰਤ ਭੁੱਲਾਂ ਤਰੁੱਟੀਆਂ ਜ਼ਰੂਰ ਹੋਈਆਂ ਹੋਣਗੀਆਂ। ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਅਤੇ ਗੁਰੂ ਕੀ ਖਾਲਸਾ ਸਾਧ ਸੰਗਤ ਨੇ ਹੋਈ ਭੁੱਲ ਚੁੱਕ ਦੀ ਖਿਮਾ ਬਖਸ਼ ਦੇਣੀ, ਅੱਗੇ ਵਾਸਤੇ ਸਮੱਤ ਬਖਸ਼ਣੀ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ। ਪੜ੍ਹੀ ਗੁਰਬਾਣੀ, ਕੀਰਤਨ, ਕਥਾ ਵਿਚਾਰ ਦਾ ਮਹਾਤਮ
ਆਪਣੇ ਸਾਰੇ ਹੀ ਕਲਯੁਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣ, ਤਾਂ ਕਿ ਆਪਣਾ ਸਾਰਿਆਂ ਦਾ ਇਹ ਲੋਕ ਸੁਖੀਏ ਪਰਲੋਕ ਸਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਦੀ ਦਾਤ ਨੂੰ ਆਪਾਂ ਸਾਰੇ ਪ੍ਰਾਪਤ ਕਰ ਸਕੀਏ ਜੀ। ਪੰਚੇ ਸੋਹੇ ਦਰ ਰਾਜਾਨ, ਪੰਚਾ ਕਾ ਗੁਰ ਏਕ ਧਿਆਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।